22 ਸਾਲ ਦੀ ਉਮਰ ਦੇ ਵਿੱਚ ਜਵਾਨ ਧੀ ਤੁਰ ਜਾਂਦੀ ਹੈ, ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਬਹੁਤ ਜ਼ਿਆਦਾ ਮਾੜਾ ਹੋਇਆ, ਜਿਹਦਾ ਐਕਸਪੈਕਟੇਸ਼ਨ ਸੀ ਇੰਨੀ ਗੱਲ ਨਹੀਂ ਸੀ ਕਿ ਜਿੱਥੇ ਗੋਲੀਆਂ ਚੱਲ ਜਾਣ। ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਗਿਆ। ਪਿਛਲੇ 4 ਸਾਲ ਤੋਂ ਮੈਂਟਲ ਟਾਰਚਰ, ਫਿਜ਼ੀਕਲ ਟਾਰਚਰ ਚੱਲ ਰਿਹਾ ਸੀ। ਉਹਦੇ ਪਿੱਛੇ ਕਾਰਨ ਸੀਗਾ ਹਸਬੈਂਡ ਦਾ ਐਕਸਟਰਾ ਮੈਰਿਟਲ ਅਫੇਅਰ। ਮੇਰਾ ਸਹੁਰਾ ਅੰਦਰੋਂ ਪਿਸਟਲ ਲੈ ਕੇ ਆਂਦਾ, ਇਹ ਗਲੀ 'ਚ ਹੀ ਖੜੇ ਹੁੰਦੇ ਆ, ਅੰਦਰ ਵੀ ਨਹੀਂ ਆਂਦੇ ਘਰ ਦੇ, ਸਾਰਾ ਮਹੱਲਾ ਇਕੱਠਾ ਹੋਇਆ ਹੁੰਦਾ। ਆਂਦੇ ਸਾਰ ਬਸ ਇੱਕ ਆਵਾਜ਼ ਫਾਇਰ ਕਰਦਾ, ਇੱਕ ਇਹਨਾਂ ਵੱਲ ਕਰਦੇ, ਇਹਨਾਂ ਦੇ ਲੱਗ ਜਾਂਦੀ ਹੈ। ਉਸ ਤੋਂ ਪਹਿਲਾਂ 6 ਮਹੀਨੇ ਪਹਿਲਾਂ ਜੇ ਮੈਂ ਰੀਕਾਲ ਕਰਦਾ, ਉਦੋਂ ਵੀ ਇਸੇ ਗੱਲ ਤੇ ਅਸੀਂ ਇਕੱਠੇ ਹੋਏ ਸੀ ਘਰੇ। ਉਦੋਂ ਮੇਰੇ ਜਵਾਈ ਨੇ ਕਾਫੀ ਕਿਹਾ ਸੁਣੀ ਹੋਈ ਸੀ ਮੇਰੀ, ਕਿਉਂਕਿ ਮੇਰੇ ਕੋਲ ਪ੍ਰੂਫ ਆ ਗਏ ਸੀ ਉਹਦੇ ਐਕਸਟਰਾ ਮੈਰਿਟਲ ਅਫੇਅਰਸ ਦੇ। ਉਦੋਂ ਫਿਰ ਆਪਣੇ ਪਿਓ ਨੂੰ ਕਹਿ ਰਿਹਾ ਸੀ ਮੇਰਾ ਜਵਾਈ ਕਿ ਪਾਪਾ ਰਿਵਾਲਵਰ ਕੱਢੋ ਤਾਂ ਮਾਰੋ ਗੋਲੀਆਂ। ਉਹ ਆਇਆ ਗੇਟ ਦੇ ਉੱਤੇ ਤੋਂ ਮੈਨੂੰ ਇੱਦਾਂ ਇਸ਼ਾਰਾ ਕਰਕੇ ਬੁਲਾ ਰਿਹਾ ਸੀਗਾ, ਹੀ ਹੈਡ ਰਿਵਾਲਵਰ ਇਨ ਹੈਂਡ। ਉਹਦਾ ਸੀਗਾ ਵੀ ਨੇੜੇ ਆ ਕੇ ਮੈਂ ਇਹਨੂੰ ਸ਼ੂਟ ਕਰ ਦਵਾਂ। ਤੁਹਾਨੂੰ ਐਕਸਪੈਕਟਡ ਸੀਗਾ ਜਾਂ ਤੁਹਾਨੂੰ ਇਲਮ ਸੀਗਾ ਕਿ ਰਿਵਾਲਵਰ ਹੋ ਸਕਦਾ? ਨਹੀਂ, ਰਿਵਾਲਵਰ ਤਾਂ ਹੈਗਾ, ਸਾਨੂੰ ਪਤਾ ਹੀ ਸੀਗਾ ਉਹਦੇ ਕੋਲ ਹੈਗਾ। ਮੈਂ ਪੁਲਿਸ ਨੂੰ ਇੰਟੀਮੇਟ ਵੀ ਕੀਤਾ ਕਿ ਇਹਦੇ ਕੋਲ ਅਸਲਾ ਹੈਗਾ, ਖਿਆਲ ਰੱਖੋ। ਪੁਲਿਸ ਕਹਿੰਦੇ ਕੋਈ ਨਹੀਂ, ਐਡਾ ਕਿਹੜਾ ਗੋਲੀਆਂ ਚੱਲਦੀਆਂ। ਫਿਰ ਇਹਨਾਂ ਵੱਲ ਭੱਜਿਆ, ਇੱਕ ਫਾਇਰ ਇਹਨਾਂ ਦੇ ਕੀਤੀ, ਇੱਥੇ ਲੱਗੀ। ਫਿਰ ਲਾਸਟ 2 ਫਾਇਰ ਉਹਦੇ ਕੋਲ ਬਚੀਆਂ, ਇੱਕ ਤਾਂ ਉਹਨੇ ਦੂਰੋਂ ਕੀਤੀ ਮੇਰੇ ਤੇ, ਮੈਂ ਝੁਕ ਗਈ। ਫਿਰ ਜਦੋਂ ਮੈਂ ਭੱਜੀ, ਉਹਨੇ ਮੇਰੇ ਪਿੱਛੇ ਆ ਕੇ ਇੱਕ ਫਾਇਰ ਕੀਤੀ ਲਾਸਟ। ਸਿਸਟਰ ਨੂੰ ਉਹ ਤਾਂ ਉੱਥੇ ਹੀ ਹੋ ਗਈ ਸੀ ਤੇ ਉਹਨੂੰ ਮੈਂ ਬਾਈਕ ਤੇ ਲੈ ਕੇ ਗਈ ਸਿਵਲ ਹਸਪੀਟਲ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਸੀਐਮ ਦੇ ਸ਼ਹਿਰ ਦੇ ਲੋਕ ਜਦੋਂ ਇਨਸਾਫ ਵਾਸਤੇ ਤਰਸਣ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੈਸੀ ਹੋਊਗੀ ਸੂਬੇ 'ਚ, ਇਹਦਾ ਅੰਦਾਜ਼ਾ ਅੱਜ ਲਗਾਓਗੇ। ਦਿਲ ਦਹਿਲਾ ਜੂਗਾ ਜਦੋਂ ਤੁਸੀਂ ਇਹ ਸੁਣੋਗੇ ਜੋ ਅੱਜ ਤੁਹਾਨੂੰ ਦੱਸਣ ਲੱਗੇ ਹਾਂ। 22 ਸਾਲ ਦੀ ਉਮਰ ਦੇ ਵਿੱਚ ਜਵਾਨ ਧੀ ਤੁਰ ਜਾਂਦੀ ਹੈ, ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਪਿਓ ਦੇ ਆਪਣੇ ਗੋਲੀਆਂ ਵੱਜਦੀਆਂ ਨੇ ਔਰ ਪਰਿਵਾਰ ਜਿਹੜਾ ਅੱਜ ਤੱਕ ਉਹ ਫੜਿਆ ਨਹੀਂ ਜਾਂਦਾ। 15 ਦਿਨ ਇਸ ਘਟਨਾ ਨੂੰ ਹੋ ਗਏ ਹੈ। ਫਗਵਾੜਾ ਦੇ ਵਿੱਚ ਘਟਨਾ ਵਾਪਰਦੀ ਹੈ। ਪਟਿਆਲੇ ਦਾ ਇਹ ਪਰਿਵਾਰ ਅੱਜ ਇਨਸਾਫ ਦੀ ਉਡੀਕ ਦੇ ਵਿੱਚ ਲਾਂਤਾ ਪਾ ਰਿਹਾ ਸਿਸਟਮ ਦੇ ਉੱਤੇ, ਔਰ ਅੱਜ ਅਸੀਂ ਸਵਾਲ ਕਰਾਂਗੇ ਔਰ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਇਹ ਸਵਾਲ ਔਨ 에ਅਰ ਦੇ ਵੱਲੋਂ ਜਾਰੀ ਰਹੂਗਾ। ਤੁਹਾਨੂੰ ਰਿਮਾਈਂਡ ਵੀ ਕਰਾਉਂਦੇ ਰਹਾਂਗੇ, ਕਿਉਂਕਿ ਅਕਸਰ 1 ਜਾਂ 2 ਵਾਰ ਤੁਸੀਂ ਦੇਖ ਕੇ ਸੁਣ ਕੇ ਭੁੱਲ ਜਾਂਦੇ ਹੋ ਕਿ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਹੈ, ਲਾਅ ਐਂਡ ਆਰਡਰ ਦਾ ਸਿਸਟਮ ਕੈਸਾ ਹੈ। ਭੈਣ ਸਾਡੇ ਨਾਲ ਹੈ, ਇਹ ਪ੍ਰਿੰਸੀਪਲ ਅਮਰੀਕ ਸਿੰਘ ਜੀ, ਰਿਪਿਊਟਡ ਫੈਮਿਲੀ ਇਹ ਪਟਿਆਲੇ ਦੀ, ਔਰ ਇਹਨਾਂ ਦੇ ਨਾਲ ਵਾਪਰਦਾ ਹੈ ਕਿ ਇਨ-ਲਾਜ਼ ਜਿਹੜੇ ਨੇ ਇਸ ਭੈਣ ਦੇ ਉਹ ਗੋਲੀਆਂ ਚਲਾਉਂਦੇ ਆ ਔਰ ਸ਼ਰੇਆਮ ਬੇਟੀ ਦੇ ਗੋਲੀ ਲੱਗਦੀ ਹੈ ਔਰ ਕਤਲ ਹੋ ਜਾਂਦਾ ਹੈ। ਕੀ ਹੋਇਆ ਜੀ, ਕਿੰਨੇ ਦਿਨ ਪੁਰਾਣੀ ਗੱਲ ਹੈ ਇਹ ਇਨਸੀਡੈਂਟ ਵਾਪਰਿਆ ਜੀ 15 ਅਪ੍ਰੈਲ 2021, ਜਦੋਂ ਕਿ ਇੱਕ ਫੈਮਿਲੀ ਡਿਸਪਿਊਟ ਚੱਲਦਾ ਪਿਆ ਸੀਗਾ। ਫੈਮਿਲੀ ਡਿਸਪਿਊਟ ਦੇ ਚੱਲਦੇ ਮੈਂ ਆਪਣੇ ਘਰਦਿਆਂ ਨੂੰ ਕਿਹਾ ਸੀਗਾ ਕਿ ਮੈਨੂੰ ਤੁਸੀਂ ਆ ਕੇ ਇੱਕ ਵਾਰੀ ਲੈ ਜਾਓ, ਬੈਠ ਕੇ ਆਪਾਂ ਕੰਪਰੋਮਾਈਜ਼ ਕਰਨਾ, ਜੋ ਕਰਨਾ ਕਰ ਲਾਂਗੇ। ਬਟ ਉਸ ਇਨਸੀਡੈਂਟ ਦੇ ਵਾਪਰਦੇ ਉਹਨਾਂ ਨੇ ਗੱਲਾਂ ਬਹੁਤ ਸਾਰੀਆਂ ਹੋਈਆਂ ਉਸ ਦਿਨ। ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਗਿਆ। ਪਿਛਲੇ 4 ਸਾਲ ਤੋਂ ਮੈਂਟਲ ਟਾਰਚਰ, ਫਿਜ਼ੀਕਲ ਟਾਰਚਰ ਚੱਲ ਰਿਹਾ ਸੀ। ਉਹਦੇ ਪਿੱਛੇ ਕਾਰਨ ਸੀਗਾ ਹਸਬੈਂਡ ਦਾ ਐਕਸਟਰਾ ਮੈਰਿਟਲ ਅਫੇਅਰ। ਉਹ ਐਕਸੀਅਨ ਹੈ ਵਾਟਰ ਸਪਲਾਈ ਸੀਵਰੇਜ ਬੋਰਡ 'ਚ, ਜਿਨ੍ਹਾਂ ਨਾਲ ਅਫੇਅਰ ਸੀ ਉਹ ਵੀ ਐਕਸੀਅਨ ਹੈ। ਉਹ ਪਟਿਆਲਾ ਪੋਸਟਡ ਹੀ ਸੀ ਕੁੜੀ, ਚੰਡੀਗੜ੍ਹ ਦੀ ਰਹਿਣ ਵਾਲੀ ਆ, ਲਤਾ ਚੌਹਾਨ। ਐਂਡ ਜਦੋਂ ਹੋਇਆ ਇਗਨੋਰੈਂਸ ਮਿਲਣੀ ਸ਼ੁਰੂ ਹੋ ਗਈ। ਪਹਿਲੇ 4 ਸਾਲ ਬਹੁਤ ਵਧੀਆ ਚੱਲਿਆ, ਅਗਲੇ 4 ਸਾਲ ਬਹੁਤ ਵਰਸਟ ਨਿਕਲੇ। ਕਿੰਨੇ ਸਾਲ ਹੋ ਗਏ ਵਿਆਹ ਨੂੰ? 9 ਸਾਲ ਹੋ ਚੁੱਕੇ, 9.5 ਸਾਲ ਹੋ ਗਏ। ਪਹਿਲੇ 4 ਸਾਲ ਬਹੁਤ ਵਧੀਆ ਨਿਕਲੇ। 5ਵੇਂ ਸਾਲ ਜਦੋਂ ਬੇਟਾ ਹੋਇਆ, ਉਸ ਤੋਂ ਬਾਅਦ ਇਗਨੋਰੈਂਸ, ਮੈਂਟਲੀ ਹੈਰਾਸਮੈਂਟ, ਫਿਜ਼ੀਕਲ ਹੈਰਾਸਮੈਂਟ, ਸਾਰਾ ਕੁਝ ਸ਼ੁਰੂ ਹੋਇਆ। ਘਰ 'ਚ ਟੋਕਾ ਟਾਕੀ, ਆਉਣ ਨਹੀਂ ਦਿੱਤਾ ਜਾਂਦਾ ਸੀ। ਇੱਥੇ ਹਸਬੈਂਡ ਆਫਿਸ ਹੀ ਬੈਠਾ ਰਹਿੰਦਾ ਸੀ, ਘਰ ਹੀ ਨਹੀਂ ਆਉਂਦਾ ਸੀ। ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ। ਕਿਹੜਾ ਇੱਦਾਂ ਦਾ ਸਰਕਾਰੀ ਆਫਿਸ ਹੈ ਜਿਹੜਾ ਰਾਤ ਦੇ 10 ਵਜੇ ਤੱਕ ਖੁੱਲ੍ਹਾ ਹੁੰਦਾ? ਮੈਨੂੰ ਕੋਈ ਜਵਾਬ ਦੇ ਦੇ ਇਸ ਚੀਜ਼ ਦਾ। ਘਰੇ ਹੀ ਨਹੀਂ ਵੜਨਾ, ਪੁੱਛਣਾ ਨਹੀਂ ਕਦੇ ਵੀ, ਮੈਂਟਲ ਹੈਰਾਸਮੈਂਟ ਕਰਨੀ, ਕੁੱਟਮਾਰ ਕਰਨੀ। ਮਤਲਬ ਸ਼ਰੇਆਮ ਉਹਨੇ ਕਿਹਾ ਸੀਗਾ ਕਿ ਮੈਂ ਹੁਣ ਬਾਹਰ ਜਾਣਾ ਅਤੇ ਮੈਂ ਬਾਹਰ ਜਾ ਕੇ ਰਹਿਣਾ। ਹੁਣ ਉਹਦੀ PR ਆ ਗਈ ਸੀ। ਤੇ PR ਆਈ ਤਾਂ ਉਹਨੇ ਜਦੋਂ ਪੇਪਰ ਲਾਣੇ ਸੀ, ਉਹਨੇ ਕਿਹਾ ਕਿ ਤੇਰੇ ਪੇਪਰ ਲਗਾਊਂਗਾ ਪਰ ਤੈਨੂੰ ਨਾਲ ਨਹੀਂ ਲੈ ਕੇ ਜਾਣਾ। ਅੱਛਾ। ਘਰਦਿਆਂ ਨਾਲ ਗੱਲ ਕੀਤੀ, ਘਰ ਦੇ ਕਹਿੰਦੇ ਕਿ ਚਲੋ, ਉਹ ਕਹਿੰਦਾ ਕਿ ਖਰਚਾ ਪਾਣੀ ਦਾ ਔਖਾ ਹੋ ਜਾਏਗਾ। ਮੇਰੇ ਘਰ ਦੇ ਕਹਿੰਦੇ ਅਸੀਂ ਚੱਕ ਲਾਂਗੇ ਜੀ, ਕਿੰਨਾ ਖਰਚਾ ਪਾਣੀ ਹੋ ਜਾਏਗਾ। ਇਹਨਾਂ ਨੇ ਮੇਰੇ ਫਾਦਰ ਇਨ ਲਾਅ ਨਾਲ ਗੱਲ ਕੀਤੀ ਇਨਸੀਡੈਂਟ ਤੋਂ 2 ਘੰਟੇ ਪਹਿਲਾਂ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਆਪਣੀ ਨਹੀਂ ਬੱਚਿਆਂ ਦੀ ਬਣਦੀ ਤਾਂ ਇਹਨਾਂ ਦਾ ਆਪਸ 'ਚ ਕਰ ਦਿਓ, ਸਮਝੌਤਾ ਕਰ ਦਿਓ ਵੀ ਤੁਸੀਂ ਆਪਣੀ ਕੁੜੀ ਲੈ ਜਾਓ, ਪਰ ਪੋਤਾ ਨਹੀਂ ਜਾਊਗਾ।
ਇਹਨਾਂ ਨੇ ਕਿਹਾ ਕਿ ਪੋਤਾ ਬੇਟਾ ਤਾਂ ਮਾਂ ਦੇ ਨਾਲ ਹੀ ਰਹੇਗਾ, 5 ਸਾਲ ਦਾ ਬੱਚਾ ਹੈ, ਕੋਈ ਮਾਈਨਰ ਹੈ, ਉਹਨੂੰ ਲੋੜ ਹੈ ਜੋ ਵੀ ਹੈ ਉਹਦੀ ਫਿਜ਼ੀਕਲ ਡਿਵੈਲਪਮੈਂਟ ਮੈਂਟਲ ਡਿਵੈਲਪਮੈਂਟ ਲਈ, ਮਾਂ ਤੋਂ ਜ਼ਿਆਦਾ ਤਾਂ ਕੋਈ ਨਹੀਂ ਕਰ ਸਕਦਾ। ਬਸ ਇੰਨੀ ਗੱਲ ਤੇ ਜੀ ਗੱਲ ਹੋ ਗਈ, ਕਹਿੰਦੇ ਕਿ ਔਖਾ ਹੋ ਜਾਏਗਾ। ਮੈਨੂੰ ਉਹਨਾਂ ਨੇ ਲੌਕ ਕਰਤਾ ਕਮਰੇ ਦੇ ਵਿੱਚ, ਬੰਦ ਕਰ ਦਿੱਤਾ ਗਿਆ, ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਫਿਰ ਮੈਂ 181 ਤੇ ਪੁਲਿਸ ਕੰਪਲੇਨ ਕੀਤੀ ਕਿ ਮੈਨੂੰ ਇੱਥੋਂ ਰੈਸਕਿਊ ਕੀਤਾ ਜਾਵੇ ਅੰਦਰੋਂ। ਜਦੋਂ ਪੁਲਿਸ ਆਈ, ਇਹ ਵੀ ਆ ਗਏ ਨਾਲੇ ਹੀ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਬਾਹਰ ਲੈ ਜਾਓ। ਫੋਨ ਕੀਤਾ? ਹਾਂਜੀ, ਮੈਂ ਇਹਨਾਂ ਨੂੰ ਫੋਨ ਕੀਤਾ ਸੀ, ਪਟਿਆਲੇ ਤੋਂ ਉੱਥੇ ਆਏ ਸੀ ਫਾਦਰ ਮਦਰ ਤੇ ਸਿਸਟਰ। ਮਨਾ ਵੀ ਕੀਤਾ ਸੀ ਇਹਨਾਂ ਨੂੰ, ਬਟ ਉਹ ਸਿਸਟਰ ਨੇ ਇਨਸਿਸਟ ਕੀਤਾ ਕਿ ਦੀਦੀ ਨੂੰ ਕੁਝ ਕਰ ਦੋਗੇ ਉੱਥੇ, ਵੀ ਤੁਸੀਂ ਉਹਨੂੰ ਲੈ ਆਓ ਜਾ ਕੇ। ਇਹ ਆ ਗਏ, ਪੁਲਿਸ ਆ ਗਈ। ਜਦੋਂ ਪੁਲਿਸ ਅੰਦਰ ਗਈ, ਉਹਨਾਂ ਨੇ ਵੀ ਕਿਹਾ ਕਿ ਤੁਸੀਂ ਬੱਚੇ ਨੂੰ ਜਾਣਦੇ ਹੋ, ਤੁਹਾਡਾ ਕੋਈ ਹੱਕ ਨਹੀਂ ਹੈਗਾ, ਮਾਂ ਦਾ ਹੱਕ ਹੁੰਦਾ। ਬਸ ਜੀ ਇੰਨੇ 'ਚੋਂ ਮੇਰਾ ਸਹੁਰਾ ਅੰਦਰੋਂ ਪਿਸਟਲ ਲੈ ਕੇ ਆਂਦਾ। ਇਹ ਗਲੀ 'ਚ ਹੀ ਖੜੇ ਹੁੰਦੇ ਆ, ਅੰਦਰ ਵੀ ਨਹੀਂ ਆਂਦੇ ਘਰ ਦੇ, ਸਾਰਾ ਮਹੱਲਾ ਇਕੱਠਾ ਹੋਇਆ ਹੁੰਦਾ। ਆਂਦੇ ਸਾਰ ਬਸ ਇੱਕ ਹਵਾ 'ਚ ਫਾਇਰ ਕਰਦਾ, ਇੱਕ ਇਹਨਾਂ ਵੱਲ ਕਰਦਾ, ਇਹਨਾਂ ਦੇ ਲੱਗ ਜਾਂਦੀ ਹੈ ਕਮਰ ਤੇ, ਫਿਰ ਸਿਸਟਰ ਤੇ ਕਰਦਾ, ਉਹਦੇ ਤਾਂ ਸਿਰ 'ਤੇ ਵੱਜਦੀ, ਔਨ ਦਾ ਸਪੌਟ ਡਿੱਗ ਜਾਂਦੀ ਹੈ। ਤੁਸੀਂ ਅੰਦਰ ਸੀਗੇ ਉਸ ਵੇਲੇ? ਮੈਂ ਬਾਹਰ ਹੀ ਸੀਗੀ। ਅੱਛਾ, ਤੁਸੀਂ ਬਾਹਰ ਸੀ? ਜਦੋਂ ਬਾਹਰ ਆਈ, ਮਤਲਬ ਉੱਥੇ ਹੀ ਸੀਗੀ, ਗੇਟ ਤੇ ਹੀ ਖੜੀ ਸੀਗੀ ਜਦੋਂ ਉਹ ਆਇਆ। ਫਿਰ ਇਹਨਾਂ ਵੱਲ ਭੱਜਿਆ, ਇੱਕ ਫਾਇਰ ਇਹਨਾਂ ਦੇ ਕੀਤੀ, ਇੱਥੇ ਲੱਗੀ। ਫਿਰ ਲਾਸਟ 2 ਫਾਇਰ ਉਹਦੇ ਕੋਲ ਬਚੀਆਂ, ਇੱਕ ਤਾਂ ਉਹਨੇ ਦੂਰੋਂ ਕੀਤੀ ਮੇਰੇ ਤੇ, ਮੈਂ ਝੁਕ ਗਈ। ਫਿਰ ਜਦੋਂ ਮੈਂ ਭੱਜੀ, ਉਹਨੇ ਮੇਰੇ ਪਿੱਛੇ ਆ ਕੇ ਇੱਕ ਫਾਇਰ ਕੀਤੀ ਲਾਸਟ, ਬਟ ਉਹ ਮੇਰੇ ਲੱਗੀ ਨਹੀਂ। ਪਰ ਤੁਹਾਡੀ ਸਿਸਟਰ ਦੇ ਉੱਥੇ ਹੀ ਔਨ ਦਾ ਸਪੌਟ ਹੀ ਡੈਥ? ਉਹ ਔਨ ਦਾ ਸਪੌਟ ਡੈਥ ਹੋ ਗਈ। ਪੁਲਿਸ ਉੱਥੇ ਸੀਗੀ, ਕੋਈ ਐਂਬੂਲੈਂਸ ਫੈਸਿਲਿਟੀ ਨਹੀਂ ਸੀਗੀ। ਇਹਨਾਂ ਦੀ ਗੱਡੀ ਖੜੀ ਸੀ ਉੱਥੇ, ਕਿਸੇ ਨੇਬਰ ਨੂੰ ਕਿਹਾ ਕਿ ਤੁਸੀਂ ਗੱਡੀ ਚਲਾ ਕੇ ਇਹਨਾਂ ਨੂੰ ਸਿਵਲ ਹਸਪੀਟਲ ਲੈ ਜਾਓ। ਸਿਸਟਰ ਨੂੰ ਉਹ ਤਾਂ ਉੱਥੇ ਹੀ ਹੋ ਗਈ ਸੀ, ਤੇ ਉਹਨੂੰ ਮੈਂ ਬਾਈਕ ਤੇ ਲੈ ਕੇ ਗਈ ਸਿਵਲ ਹਸਪੀਟਲ। ਬਸ ਉਸ ਤੋਂ ਬਾਅਦ ਪੌਣੇ ਘੰਟੇ ਬਾਅਦ ਜਾ ਕੇ ਜੀ ਪੁਲਿਸ ਆਂਦੀ ਹੈ ਸਿਵਲ ਹਸਪੀਟਲ, ਇਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ। ਬਟ ਹੱਲੇ ਤੱਕ ਦੇਖੋ 15 ਦਿਨ ਹੋ ਗਏ, ਉਹ ਫਰਾਰ ਹੋ ਜਾਂਦੇ ਆ ਅੱਧੇ ਘੰਟੇ ਦੇ ਵਿੱਚ ਹੀ। ਹਸਬੈਂਡ ਫਰਾਰ ਹੋ ਗਿਆ, ਸੱਸ ਫਰਾਰ ਹੋ ਗਈ, ਨਨਾਣ ਫਰਾਰ ਹੋ ਗਈ, ਉਹਦਾ ਹਸਬੈਂਡ ਫਰਾਰ ਹੈ। ਬੱਚਾ ਮੇਰਾ ਉੱਥੇ ਹੀ ਸੀਗਾ, ਕਿਉਂਕਿ ਮੈਨੂੰ ਤਾਂ ਇੰਨੀ ਹੋਸ਼ ਹੀ ਨਹੀਂ ਸੀਗੀ ਉਸ ਟਾਈਮ ਇਹ ਹੋ ਕੀ ਗਿਆ। ਮੈਂ ਤਾਂ ਸਿਸਟਰ ਨੂੰ ਲੈ ਕੇ ਭੱਜੀ, ਇਹਨਾਂ ਨੂੰ ਲੈ ਕੇ ਭੱਜੀ। ਉਹ ਸਾਰਾ ਲੌਕ ਕਰਕੇ ਘਰ ਉੱਥੋਂ ਫਰਾਰ ਹੋ ਗਏ। 15 ਦਿਨ ਕੋਈ ਪਤਾ ਨਹੀਂ ਤੁਹਾਡਾ ਬੇਟਾ ਕਿੱਥੇ? ਬੇਟਾ ਉਹਨਾਂ ਦੇ ਨਾਲ ਹੀ ਆ। ਕਿੱਥੇ ਹੈ ਕਿੱਥੇ ਨਹੀਂ ਮੈਨੂੰ ਨਹੀਂ ਪਤਾ। 15 ਦਿਨ ਹੋ ਗਏ ਪੁਲਿਸ ਨੂੰ ਗੱਲ ਕਰ ਰਹੇ ਆ, ਐਸਐਸਪੀ ਮੈਮ ਨਾਲ ਗੱਲ ਹੋ ਰਹੀ ਆ, ਐਸਪੀ ਨਾਲ ਹੋ ਰਹੀ ਆ, ਆਈਓ ਨਾਲ ਹੋ ਰਹੀ ਆ। ਹਾਲਾਂਕਿ ਕੰਮ ਵਧੀਆ ਕਰ ਰਹੇ, ਪੇਪਰ ਵਰਕ ਜੋ ਵੀ ਕਰ ਰਹੇ, ਬਟ ਮੈਨੂੰ ਰਿਜ਼ਲਟ ਨਹੀਂ ਦੇਖਣ ਨੂੰ ਮਿਲ ਰਿਹਾ। ਸਰ ਤੁਸੀਂ ਜਦੋਂ ਪਹੁੰਚਦੇ ਹੋ ਉਦੋਂ ਸਿਚੁਏਸ਼ਨ ਕੀ ਸੀਗੀ? ਕੀ ਗੱਲਬਾਤ ਉਦੋਂ ਹੋ ਸਕੀ ਤੁਹਾਡੀ? ਨਹੀਂ, ਉਸ ਤੋਂ ਇੰਸੀਡੈਂਟ ਤੋਂ 2 ਘੰਟੇ ਪਹਿਲਾਂ ਮੇਰੇ ਕੁੜਮ ਨਾਲ ਗੱਲ ਹੋਈ ਸੀਗੀ ਕਿ ਕਿਉਂਕਿ ਜੋ ਦੱਸ ਰਹੀ ਹੈ ਬੇਟੀ ਕਿ ਮੈਂਟਲ ਟਰਾਮਾ ਚੋਂ ਲੰਘ ਰਹੀ ਸੀ, ਸ਼ੀ ਵਾਸ ਗੋਇੰਗ ਥਰੂ, ਕਿਉਂਕਿ ਇਹਦਾ ਹਸਬੈਂਡ ਸਨੀ ਗੋਗਨਾ ਹੀ ਵਾਸ ਹੈਵਿੰਗ ਐਨ ਐਕਸਟਰਾ ਮੈਰਿਟਲ ਅਫੇਅਰ। ਤੇ ਮੈਂ ਆਪਣੇ ਕੁੜਮ ਨੂੰ ਕਿਹਾ ਸੀ ਬੱਚਿਆਂ ਦੀ ਸ਼ਾਇਦ ਹੁਣ ਜੇ ਆਪਾਂ ਇਸ ਸਟੇਜ ਦੇ ਉੱਤੇ ਪਹੁੰਚ ਗਏ ਕੋਈ ਐਡੀ ਵੱਡੀ ਗੱਲ ਨਹੀਂ ਦੁਨੀਆ ਤੇ, ਇਟਸ ਨਾਟ ਅ ਰਾਕਟ ਸਾਇੰਸ ਕਿ ਜਿਹੜੀ ਸੌਟ ਆਊਟ ਨਾ ਕੀਤੀ ਜਾ ਸਕੇ, ਤੇ ਆਪਾਂ ਬਹਿ ਕੇ ਆਪਾਂ ਇਹਨੂੰ ਸੌਟ ਆਊਟ ਕਰਨਾ। ਮੈਂ ਬੇਟੀ ਲੈ ਜਾਂਦਾ ਜਾਂ ਬੇਟੀ ਨੂੰ ਭੇਜ ਦਿਓ ਵਾਪਸ। ਤੇ ਕਹਿੰਦਾ ਚਲੋ ਠੀਕ ਹੈ, ਬੇਟੀ ਨੂੰ ਭੇਜ ਦਿੰਦੇ ਹਾਂ ਅਸੀਂ। ਘੰਟੇ ਬਾਅਦ ਮੈਂ ਫੇਰ ਗੱਲ ਕੀਤੀ, ਮੈਂ ਕਿਹਾ ਤੁਸੀਂ ਭੇਜ ਰਹੇ ਹੋ ਕਿ ਜਾਂ ਮੈਂ ਗੱਡੀ ਭੇਜਾਂ ਆਪਣੀ? ਕਹਿੰਦਾ ਮੈਂ ਬੇਟੀ ਭੇਜ ਦਿਆਂਗਾ ਲੇਕਿਨ ਦੋਤਾ ਨਹੀਂ ਭੇਜਾਂਗਾ। ਉਸ ਤੋਂ ਪਹਿਲਾਂ 6 ਮਹੀਨੇ ਪਹਿਲਾਂ ਜੇ ਮੈਂ ਰੀਕਾਲ ਕਰਦਾ, ਉਦੋਂ ਵੀ ਇਸੇ ਗੱਲ 'ਤੇ ਅਸੀਂ ਇਕੱਠੇ ਹੋਏ ਸੀਗੇ ਘਰੇ। ਉਦੋਂ ਮੇਰੇ ਜਵਾਈ ਨੇ ਕਾਫੀ ਕਿਹਾ ਸੁਣੀ ਹੋਈ ਸੀ ਮੇਰੀ, ਕਿਉਂਕਿ ਮੇਰੇ ਕੋਲ ਪ੍ਰੂਫ ਆ ਗਏ ਸੀ ਉਹਦੇ ਐਕਸਟਰਾ ਮੈਰਿਟਲ ਅਫੇਅਰਸ ਦੇ। ਉਦੋਂ ਫਿਰ ਆਪਣੇ ਪਿਓ ਨੂੰ ਕਹਿ ਰਿਹਾ ਸੀ ਮੇਰਾ ਜਵਾਈ ਕਿ ਪਾਪਾ ਰਿਵਾਲਵਰ ਕੱਢੋ ਤਾਂ ਮਾਰੋ ਗੋਲੀਆਂ ਨਾਲ ਸਾਰਾ। ਇਟ ਵਾਜ਼ ਅ ਪ੍ਰੀ ਪਲਾਨ ਜੋ ਮੈਨੂੰ ਲੱਗਦਾ, ਕਿਉਂਕਿ ਉਹਨੂੰ ਨਹੀਂ ਸੀ ਕਿ ਮੈਂ ਸੈਲਫ ਡਿਫੈਂਸ ਦੇ ਵਿੱਚ ਇਹਨਾਂ ਸਾਰਿਆਂ ਨੂੰ ਮਾਰ ਦੇਵਾਂ ਚਾਰਾਂ ਨੂੰ, ਕਿਉਂਕਿ ਮਿਸਿਸ 'ਤੇ ਵੀ ਮੇਰੇ ਉਹਨੇ ਗੋਲੀ ਚਲਾਈ, ਮੇਰੇ 'ਤੇ ਵੀ ਚਲਾਈ, ਬੇਟੀ 'ਤੇ ਵੀ। ਉਹ ਤਾਂ ਬੇਟੀ ਪੂਰੀ ਹੋ ਗਈ, ਮੈਂ ਬਚ ਗਿਆ ਕਿਸਮਤ ਨਾਲ। ਇਹਦੇ ਨਹੀਂ ਲੱਗੀ, ਇਹਨਾਂ ਦੇ ਨਹੀਂ ਲੱਗੀ। ਉਹਨਾਂ ਸੀਗਾ ਕਿ ਮਾਰ ਕੇ ਅਸੀਂ ਬੱਚਾ ਆਪਣੇ ਕੋਲ ਰੱਖ ਲਈਏ। ਦਿਸ ਵਾਜ਼ ਪ੍ਰੀ ਪਲਾਨਡ ਐਕਚੁਅਲੀ, ਬਟ ਆਈ ਫੀਲ। ਤੇ ਉਹ ਅਨਫੋਰਚੂਨੇਟਲੀ ਉੱਦਾਂ ਨਹੀਂ ਹੋ ਸਕਿਆ ਜਿੱਦਾਂ ਹੀ ਵਾਜ਼ ਪਲੈਨਿੰਗ ਅਕੋਰਡਿੰਗਲੀ। ਤੇ ਸਨ ਇਨ ਲਾਅ ਮੇਰਾ ਹੀ ਵਾਜ਼ ਇਨ ਆਫਿਸ, ਲੇਕਿਨ ਮੇਰੀ ਇਹਦੀ ਮਦਰ ਇਨ ਲਾਅ ਅਤੇ ਸਿਸਟਰ ਇਨ ਲਾਅ ਉੱਥੇ ਸੀਗੇ ਗੇਟ ਦੇ ਉੱਤੇ। ਉਹਨੂੰ ਪ੍ਰੋਵੋਕ ਕਰ ਰਹੇ ਸੀਗੇ ਕਿ ਯੂ ਜਸਟ ਬਲੱਡੀ ਫਾਇਰ ਐਟ ਦੈਮ, ਗੋਲੀਆਂ ਮਾਰ ਦੂ, ਕਰਦਾ ਕਿ ਜਲੂਸ ਕੱਢ ਰਹੇ ਨੇ ਸਾਡਾ ਆ ਕੇ, ਤਾਂ ਲਾਈਕ ਦੈਟ। ਕਿਉਂਕਿ ਹਾਈ ਹੈਡਡ ਥੋੜੇ ਪੈਸਾ ਜਿਹੜਾ ਜਿੱਥੇ ਰਸੂਖ ਤੇ ਹਾਈ ਹੈਡਡਨੈਸ ਜਿਹੜੀ ਹੈ ਨਾ। ਕਰਦੇ ਕੀ ਹੈ ਜਿਹੜੇ ਇਹਨਾਂ ਦੇ ਫਾਦਰ? ਟਰਾਂਸਪੋਰਟਰ ਨੇ ਉਹ, ਤੇ ਬੱਸਿਸ ਨੇ ਉਹਨਾਂ ਦੀਆਂ, ਸਕੂਲ ਕਾਲਜਸ ਚੱਲਦੀਆਂ ਉਹਨਾਂ ਦੀਆਂ, 300-400 ਬੱਸਿਸ ਚੱਲਦੀਆਂ ਨੇ। ਤੇ ਸਨ ਇਨ ਲਾਅ ਮੇਰਾ ਐਕਸ਼ਨ ਸੀਗਾ ਵਾਟਰ ਸਪਲਾਈ ਸੀਵਰ ਰਿਪੋਰਟਸ ਵਿੱਚ। ਉਹ ਸੈਰੋਗੈਂਸ ਜਿਹੜੀ ਹੈ ਇੱਕ। ਤੁਸੀਂ ਜਦੋਂ ਜਾਂਦੇ ਹੋ ਸਰ, ਤੁਹਾਡੀ ਗੱਲ ਵੀ ਨਹੀਂ ਸੁਣੀ ਉਦੋਂ? ਤੁਹਾਡੀ ਆਪਸ 'ਚ ਕੋਈ ਕਮਿਊਨੀਕੇਸ਼ਨ ਹੋਇਆ ਜਾਂ ਤੁਸੀਂ ਅੰਦਰ ਵੀ ਨਹੀਂ ਗਏ? ਕਮਿਊਨੀਕੇਸ਼ਨ ਮੇਰਾ ਸਿਰਫ ਇੰਨਾ ਹੋਇਆ ਕਿ ਮੈਂ ਜਦੋਂ ਗਿਆ, ਮੈਂ ਪੁਲਿਸ ਵਾਲੇ ਆ ਗਏ ਸੀਗੇ ਉੱਥੇ। ਮੈਂ ਉਹਨਾਂ ਨੂੰ ਇਹਨਾਂ ਕਿਹਾ ਵੀ ਮੇਰੀ ਬੇਟੀ ਨੂੰ ਲਿਆ ਦਿਓ ਬਾਹਰ, ਮੈਂ ਉਹਨੂੰ ਲੈ ਕੇ ਜਾਣਾ, ਤੇ ਮੇਰਾ ਦੋਤਾ ਲਿਆਓ। ਬਾਕੀ ਬਿਆਨ ਇਹਨੂੰ ਮੈਂ ਕਿਹਾ ਸੀ ਘਰੇ ਕੋਈ ਡਿਸਪਿਊਟ 'ਚ ਨਹੀਂ ਪੈਣਾ, ਬਹਿਸ ਬਾਈ 'ਚ ਨਹੀਂ ਪੈਣਾ ਆਪਾਂ, ਕਿ ਆਪਾਂ ਬਾਅਦ 'ਚ ਬਿਆਨ ਪੁਲਿਸ ਦੇ ਦਾਂਗੇ ਜੋ ਵੀ ਹੋਊਗਾ, ਫॉर ਟਾਈਮਿੰਗ ਲਿਆਓ। ਉਹ ਆਇਆ ਗੇਟ ਦੇ ਉੱਤੇ, ਤਾਂ ਮੈਨੂੰ ਇੱਦਾਂ ਇਸ਼ਾਰਾ ਕਰਕੇ ਬੁਲਾ ਰਿਹਾ ਸੀਗਾ। ਹੀ ਹੈਡ ਰਿਵਾਲਵਰ ਇਨ ਹਿਜ਼ ਹੈਂਡ।
ਤੇ ਉਹਦਾ ਸੀਗਾ ਵੀ ਨੇੜਿਓਂ ਆ ਕੇ ਮੈਂ ਨੇੜਿਓਂ ਸ਼ੂਟ ਕਰਦਾ। ਤੁਹਾਨੂੰ ਐਕਸਪੈਕਟਡ ਸੀਗਾ ਜਾਂ ਤੁਹਾਨੂੰ ਇਲਮ ਸੀਗਾ ਕਿ ਰਿਵਾਲਵਰ ਹੋ ਸਕਦਾ? ਨਹੀਂ, ਰਿਵਾਲਵਰ ਤਾਂ ਹੈਗਾ, ਸਾਨੂੰ ਪਤਾ ਹੀ ਸੀਗਾ ਉਹਦੇ ਕੋਲ ਹੈਗਾ। ਮੈਂ ਪੁਲਿਸ ਨੂੰ ਇੰਟੀਮੇਟ ਵੀ ਕੀਤਾ ਕਿ ਇਹਦੇ ਕੋਲ ਅਸਲਾ ਹੈਗਾ, ਖਿਆਲ ਰੱਖੋ। ਪੁਲਿਸ ਕਹਿੰਦੇ ਕੋਈ ਨਹੀਂ, ਐਡਾ ਕਿਹੜਾ ਗੋਲੀਆਂ ਚੱਲਦੀਆਂ, ਐਕਸਟਰਾ ਮੈਰਿਟਲ ਅਫੇਅਰਸ ਕਿਤੇ ਗੋਲੀਆਂ। ਪੁਲਿਸ ਉੱਥੇ ਮੌਜੂਦ ਸੀਗੀ ਮੌਕੇ ਤੇ ਜਦੋਂ ਤੁਸੀਂ ਪਹੁੰਚੇ? ਪੁਲਿਸ ਮੌਕੇ ਤੇ, ਪੁਲਿਸ ਦੇ ਸਾਹਮਣੇ ਗੋਲੀਆਂ ਚਲਾਤੀਆਂ? ਪੁਲਿਸ ਅੰਦਰ ਸੀਗੀ, ਜਿਹੜੇ ਕਾਂਸਟੇਬਲ ਸੀ ਅੰਦਰ ਸੀਗੇ ਉਸ ਟਾਈਮ। ਇਹ ਬਾਹਰ ਆ ਗਿਆ ਸੀਗਾ ਰਿਵਾਲਵਰ ਲੈ ਕੇ, ਉਹ ਤੋਂ ਬੱਚਾ ਲੈ ਰਹੇ ਸੀਗੇ, ਉਹ ਤੋਂ ਮਦਰ ਇਨ ਲਾਅ ਤੋਂ। ਇਨ ਮੀਨ ਵੈਲ ਉਹ ਬਾਹਰ ਆ ਗਿਆ। ਪੁਲਿਸ ਨੇ ਫਿਰ ਜੋ ਗੋਲੀਆਂ ਚਲਾਤੀਆਂ 6 ਇਹਨਾਂ ਨੇ, ਪੁਲਿਸ ਉੱਥੇ ਹੈਗੀ ਸੀ ਅਦਰਵਾਈਜ਼। ਤਾਂ ਜਦੋਂ ਪੁਲਿਸ ਸੀਗੀ ਗੋਲੀਆਂ ਚਲਾਤੀਆਂ ਉਸ ਤੋਂ ਬਾਅਦ ਤੁਸੀਂ ਤਾਂ, ਕਿਉਂਕਿ ਤੁਹਾਨੂੰ ਤਾਂ ਕੌਨਸ਼ੀਅਸ ਹੀ ਨਹੀਂ ਹੋਣੀ ਕਿ ਕੀ ਹੋ ਰਿਹਾ ਕੀ ਨਹੀਂ, ਪੁਲਿਸ ਨੇ ਉਹਨਾਂ ਨੂੰ ਫੜਿਆ ਨਹੀਂ ਜਾਂ ਉਹਨਾਂ ਨੂੰ ਜਾਣ ਦਿੱਤਾ? ਵੈਸੇ ਇੱਕ ਗੋਲੀ ਚੱਲਦੀ ਹੈ ਤਾਂ ਦੇਖੋ ਬਾਹਰ ਬੰਦਾ ਮਹੱਲਾ ਇਕੱਠਾ ਹੋ ਸਕਦਾ, ਤਾਂ ਪੁਲਿਸ ਕਿਉਂ ਨਹੀਂ ਅੰਦਰ ਬਾਹਰ ਆ ਸਕਦੀ ਹੈ? ਪੁਲਿਸ ਵਾਲੇ ਵੀ ਭੱਜ ਗਏ ਉੱਥੋਂ? ਨਹੀਂ, ਪੁਲਿਸ ਵਾਲੇ ਨਹੀਂ ਭੱਜੇ। ਪੁਲਿਸ ਵਾਲੇ ਨੇ ਫੜ ਲਿਆ ਉਹਨੂੰ ਜਦੋਂ 6 ਗੋਲੀਆਂ ਰਾਊਂਡ ਖਤਮ ਹੋ ਗਏ ਸਾਰੇ, ਉਦੋਂ ਫੜ ਲਿਆ। 6 ਚਲਾ ਕੇ ਖਤਮ ਕਰਤੇ ਉਹਨੇ ਰਾਊਂਡ ਰਿਵਾਲਵਰ ਤੇ, ਤਾਂ ਫਿਰ ਉਹਨੇ ਹੋਲਡ ਕਰ ਲਿਆ ਉਹਨੂੰ ਪੁਲਿਸ ਵਾਲੇ ਨੂੰ। ਦੈਟ ਵਾਜ਼ ਕੌਨਸ਼ੀਅਸ, ਕਿਉਂਕਿ ਮੈਂ ਦੇਖ ਰਿਹਾ ਸੀਗਾ, ਲੇਕਿਨ ਮੈਂ ਬਲੀਡਿੰਗ ਆ, ਪ੍ਰੋਫਿਊਜ਼ਲੀ ਬਲੀਡਿੰਗ, ਕਿਉਂਕਿ ਮੈਂ ਵਾਜ਼ ਇਨ ਸ਼ੌਕ, ਕਿਉਂਕਿ ਬੇਟੀ ਨੂੰ ਸਾਹਮਣੇ ਮਰਦੇ ਦੇਖਣਾ ਤੁਸੀਂ ਸੋਚ ਨਹੀਂ ਸਕਦੇ ਕੀ ਮੰਜ਼ਰ ਹੋਊਗਾ। ਜਿਹੜੀ ਗੋਲੀ ਤੁਹਾਡੇ ਲੱਗੀ ਆ ਬੇਟੀ ਦੇ ਲੱਗੀ? ਪਹਿਲੇ ਮੇਰੀ ਲੱਗੀ ਸੀ, ਪਹਿਲੇ ਮੇਰੇ ਇੱਥੇ ਲੱਗੀ ਗੱਲ ਸਾਥੀ। ਮੇਰੀ ਜਿਹੜੀ ਲੰਗ ਦੇ ਵਿੱਚ ਗੋਲੀ ਹੈ, ਮੇਰੇ ਨਿਕਲੀ ਨਹੀਂ ਬਾਹਰ, ਹਲੇ ਅੰਦਰ ਹੀ ਹੈ ਗੋਲੀ। ਤੇ ਉਹ ਡਾਕਟਰਸ ਕਹਿੰਦੇ ਉਹਨੂੰ ਛੇੜਨਾ ਨਹੀਂ ਹੈ। ਇੱਥੇ ਵਾਲੀ ਗੋਲੀ ਸੀ, ਉਹ ਮੇਰੀ ਇੱਥੇ ਲੱਗ ਕੇ ਆ ਮੇਰੇ ਪਿੱਛੇ ਪਿੱਠ ਤੇ ਜਾ ਕੇ ਪਿੱਛੋਂ ਗੱਡੀ ਗੋਲੀ ਉਹਨਾਂ ਨੇ। ਬਾਕੀ ਫਿਰ ਤੁਸੀਂ ਜਦੋਂ ਗਿਰ ਗਏ ਤੁਹਾਡੇ ਸਾਹਮਣੇ ਤੁਹਾਡੀ ਦੂਸਰੀ ਜਿਹੜੀ ਬੇਟੀ ਦੇ ਗੋਲੀ ਮਾਰਦੇ ਹੋ? ਹਾਂਜੀ, ਮੈਂ ਮੇਰੇ ਪਿੱਛੇ ਭੱਜ ਕੇ ਜਦੋਂ ਬੇਟੀ ਰਸਤੇ 'ਚ ਆ ਗਈ, ਸਾਹਮਣੇ ਸੀਗੇ, ਇਹ ਵੀ ਸਾਹਮਣੇ ਸੀਗੇ, ਇਹਨਾਂ ਦੇ ਵੀ ਗੋਲੀ ਮਾਰੀ, ਬੇਟੀ ਦੇ ਵੀ ਮਾਰੀ, ਬੇਟੀ ਦੇ ਲੱਗ ਗਈ ਗੋਲੀ। ਐਂਡ ਹੀ ਵਾਜ਼ ਔਨ ਦਾ ਫੋਨ, ਕਾਲ 'ਤੇ ਸੀਗੀ ਮੇਰੀ ਆਪਣੀ ਨਾਨੀ ਜੀ ਨਾਲ। ਫਿਰ ਉਹਨੂੰ ਕਿਹਾ ਵੀ ਮੇਰੇ ਪਾਪਾ ਨਾਨੀ ਜੀ ਗੋਲੀਆਂ ਚੱਲ ਰਹੀਆਂ ਨੇ, ਉਹ ਜਦ ਇਨ ਮੀਨਵਾਈਲ ਉਹਦੇ ਗੋਲੀ ਲੱਗ ਗਈ। ਸਾਰਾ ਇਨਸੀਡੈਂਟ 20 ਸੈਕਿੰਡ ਦਾ, 20 ਸੈਕਿੰਡ ਦੇ ਵਿੱਚ ਹੁਣ ਪੁਲਿਸ ਅੰਦਰੋਂ ਬਾਹਰ ਆਉਂਦੀ ਹੈ, ਉਦ ਤੱਕ ਤਾਂ ਖਤਮ ਹੋ ਗਿਆ ਸੀ ਸਭ। 20 ਸੈਕਿੰਡਸ ਕਰ ਕੀ ਰਹੀ ਸੀ, ਕੀ ਕਰਨਾ ਚਾਹੁੰਦੀ ਸੀ? ਕਈ ਵਾਰੀ ਜਦੋਂ ਐਸਾ ਕੋਈ ਰੌਲਾ ਹੁੰਦਾ, ਬੱਚੀਆਂ ਨੂੰ ਨਹੀਂ ਨਾਲ ਲੈ ਕੇ ਜਾਂਦੇ ਕਿ ਤੁਸੀਂ ਘਰ ਰਹੋ, ਫਿਰ ਉਸ ਦਿਨ ਉਹ ਨਾਲ ਗਈ ਤੁਹਾਡੇ? ਐਕਚੁਅਲੀ ਅਸੀਂ ਸੋਚ ਰਹੇ ਸੀਗੇ, ਇਹਦਾ ਫੋਨ ਵੀ ਆ ਗਿਆ ਸੀ, ਮੇਰੇ ਨਾਲ ਗੱਲ ਚੱਲ ਰਹੀ ਸੀ, ਕਮਿਊਨੀਕੇਸ਼ਨ ਹੋ ਰਹੀ ਸੀ ਸਾਡੀ ਆਪਸ ਵਿੱਚ। ਤੇ ਸ਼ੀ ਸੈਡ ਕਿ ਪਾਪਾ ਰਹਿਣ ਦਿਓ ਤੁਸੀਂ 2 ਦਿਨ, ਮੈਂ ਦੇਖਦੀ ਹਾਂ, ਮੈਂ ਆਪੇ ਕੋਸ਼ਿਸ਼ ਕਰਕੇ ਆਪੇ ਆ ਜਾਵਾਂਗੀ। ਤੇ ਮੈਂ ਇਹ ਵੀ ਮਿਸਿਸ ਕਹਿੰਦੇ ਰਹਿਣ ਦੇਣੇ। ਮੇਰਾ ਮਨ ਸੀ ਇੱਕ ਵਾਰ ਜਾਵਾਂ, ਫਿਰ ਮੈਂ ਵੀ ਸੋਚਿਆ ਚਲੋ ਆਪਾਂ ਮਸਲੇ ਨੂੰ ਥੋੜ੍ਹਾ ਠੰਡਾ ਕਰੀਏ, ਕਿਉਂਕਿ ਕਈ ਵਾਰ ਗਰਮੀ ਦੇ ਵਿੱਚ ਨਾ ਚੀਜ਼ਾਂ ਖਰਾਬ ਹੋ ਜਾਂਦੀਆਂ ਕਈ ਵਾਰ। ਤੇ ਮੈਂ ਉਹ, ਲੇਕਿਨ ਬੇਟੀ ਮੇਰੀ ਇਨਸਿਸਟ ਕੀਤਾ ਉਹਨੇ ਮੈਨੂੰ ਕਿ ਨਹੀਂ ਪਾਪਾ ਚਲੋ, ਨਹੀਂ ਤਾਂ ਉਹਨੂੰ ਮਾਰ ਦੇਣਗੇ ਉੱਥੇ, ਕਿ ਉਹਨੂੰ ਤੰਗ ਕਰ ਰਹੇ, ਕੋਈ ਬਹੁਤ ਤੰਗ ਕਰ ਰਹੇ ਸੀ ਉਹਨੂੰ ਬਹੁਤ ਜ਼ਿਆਦਾ। ਤੇ ਸ਼ੀ ਨਿਊ, ਉਹਨੂੰ ਸੀਗਾ ਕਿ ਪਾਪਾ ਮਾਰ ਦੇਣਗੇ, ਫਿਰ ਮਰੀ ਵੀ ਨੂੰ ਲੈ ਕੇ ਆਉਂਗੇ ਮੈਨੂੰ, ਕਹਿੰਦੀ ਤੇ ਚਲੋ ਮੈਂ ਨਾਲ ਚੱਲਦੀ ਤਾਂ। ਉਹਦੇ ਵਿਚਾਰੀ ਟੀ-ਸ਼ਰਟ ਉਹਨੇ ਇੱਕ ਪੈਂਟ ਪਾਈ ਦੇ ਨਾਲ ਤੁਹਾਡੇ ਤੁਰ ਪਈ ਗੱਡੀ ਦੇ। ਇਹ ਸੋਚ ਸਕਦੇ ਹੋ ਤੁਸੀਂ ਕਿ ਜਦੋਂ ਐਸੇ ਹਾਲਾਤ ਬਣੇ ਹੋਣ, ਮੈਮ ਨਾਲ ਵੀ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ, ਬਹੁਤ ਔਖਾ ਹੁੰਦਾ ਹੈ ਬੇਟੀ ਇਸ ਤਰ੍ਹਾਂ ਤੁਰ ਜਾਣੀ ਜੀ, ਔਰ ਜਿਸ ਤਰ੍ਹਾਂ ਦਾ ਇਨਸੀਡੈਂਟ ਵਾਪਰਿਆ। ਤੁਹਾਡੇ ਨਾਲ ਲਾਸਟ ਕੀ ਗੱਲਬਾਤ ਉਦੋਂ ਰਾਤ ਜਾਂਦੇ ਹੋ ਰਹੀ ਸੀ? ਜਦੋਂ ਅਸੀਂ ਘਰੋਂ ਗਏ ਆ, ਉਹ ਇਹੀ ਕਹਿ ਰਹੀ ਸੀ ਕਿ ਮੰਮੀ ਤੁਸੀਂ ਸਾਰਾ ਦਿਨ ਕ੍ਰਾਈਮ ਪੈਟਰੋਲ ਦੇਖਦੇ ਹੋ, ਆਪਣੇ ਘਰ 'ਚ ਵੀ ਹੋ ਜਾਊਗਾ ਇਹ, ਤੁਸੀਂ ਦੀਦੀ ਨੂੰ ਲੈ ਕੇ ਆਓ, ਤੁਸੀਂ ਹਮੇਸ਼ਾ ਜਾਂਦੇ ਨਹੀਂ, ਹਮੇਸ਼ਾ ਗੱਲ ਟਾਲ ਦਿੰਦੇ ਆ। ਉਹਦੇ ਕਹਿਣ 'ਤੇ ਹੀ ਅਸੀਂ ਗਏ ਆ। ਰਸਤੇ 'ਚ ਉਹਨੇ ਆਪਣੀ ਫਰੈਂਡ ਨੂੰ ਵੀ ਫੋਨ ਕੀਤਾ, ਥਾਣਾ ਪੁੱਛ ਰਹੀ ਸੀ ਕਿ ਉਹਨਾਂ ਦੇ ਏਰੀਆ ਨੂੰ ਕਿਹੜਾ ਥਾਣਾ ਲੱਗਦਾ ਆ। ਉੱਥੇ ਗਈ ਹੈ, ਉਹਨੇ ਵੀਡੀਓ ਬਣਾਈ ਹੈ, ਇਹਦੀ ਮਦਰ ਇਨ ਲਾ ਗੇਟ 'ਤੇ ਆਉਂਦੀ ਹੈ, ਉਹ ਕਹਿ ਕੇ ਅੰਦਰੋਂ ਆਵਾਜ਼ ਮਾਰਦੀ ਹੈ ਇਹਦੇ ਸਹੁਰਾ ਸਾਹਿਬ ਨੂੰ ਕਿ ਆ ਜਾਓ, ਇਹਨਾਂ ਦਾ ਕੰਮ ਖਤਮ ਕਰਨਾ ਆਪਾਂ। ਉਹਨੇ ਅੰਦਰੋਂ ਆਵਾਜ਼ ਮਾਰੀ ਹੈ, ਤੇ ਇਹਦੀ ਨਣਦ ਅੰਦਰਲੇ ਦਰਵਾਜ਼ੇ ਕੋਲ ਖੜੀ ਸੀ, ਉਹਨੇ ਆਪਣੇ ਫਾਦਰ ਨੂੰ ਆਵਾਜ਼ ਮਾਰੀ ਆ, ਫਿਰ ਉਹ ਬਾਹਰ ਆਇਆ, ਇਹ ਵੀ ਬਾਹਰ ਆ ਗਈ, ਉਹਨੇ ਆ ਕੇ ਬਾਹਰ ਬਸ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤੁਸੀਂ ਉੱਥੇ ਸੀਗੇ ਜਦੋਂ ਬੇਟੀ ਦੇ ਗੋਲੀ? ਬੇਟੀ ਮੈਂ ਬਿਲਕੁਲ ਐਵੇਂ ਨਾਲ ਖੜੀ ਸੀ ਕਿ ਉਹਦੇ, ਪਹਿਲਾਂ ਉਹਨੇ ਮੇਰੇ ਚਲਾਈ, ਉਹ ਲੱਗੀ ਨਹੀਂ, ਮੇਰੇ ਕੋਲੋਂ ਦੀ ਲੰਘ ਗਈ, ਫਿਰ ਉਹਨੇ ਬੇਟੀ ਦੇ ਮਾਰੀ, ਉਸੇ ਟਾਈਮ ਉਹਦੇ ਸਿਰ ਤੇ ਲੱਗੀ ਤੇ ਥੱਲੇ ਡਿੱਗ ਗਈ। ਕੀ ਹਾਲਾਤ ਕੀ ਸੀਗੇ? ਕਿਉਂਕਿ ਸਰ ਦੇ ਵੀ ਗੋਲੀ ਲੱਗੀ ਹੋਈ ਹੈ, ਬੇਟੀ ਦੇ ਲੱਗੀ ਹੈ, ਇੱਕ ਬੇਟੀ ਵਾਸਤੇ ਤੁਸੀਂ ਉੱਥੇ ਜਾਂਦੇ ਹੋ, ਸਮਝ ਆ ਰਿਹਾ ਸੀ ਉਦੋਂ ਕੀ ਹੋ ਰਿਹਾ? ਤੁਸੀਂ ਕੁਛ ਵੀ ਨਹੀਂ ਸਮਝ ਆਇਆ। ਨਾਰਮਲ ਵੀ ਅਸੀਂ ਇਹਨੂੰ ਲੈ ਕੇ ਆਉਂਦੇ ਹਾਂ, 9-10 ਸਾਲ ਪੁਰਾਣਾ ਰਿਸ਼ਤਾ ਉਹਨਾਂ ਨਾਲ, ਹਮੇਸ਼ਾ ਜਾਂਦੇ ਹਾਂ, ਲੈ ਆਉਂਦੇ ਹਾਂ, 2-3 ਮਹੀਨੇ ਬਾਅਦ ਗੱਲ ਠੰਡੀ ਪੈਂਦੀ ਹੈ, ਇਹਨੂੰ ਫਿਰ ਸਮਝਾ ਬੁਝਾ ਕੇ ਭੇਜ ਦਿੰਦੇ ਸੀ ਅਸੀਂ। ਪਰ ਹੁਣ ਹੱਦ ਹੀ ਹੋ ਗਈ ਸੀ, 1 ਸਾਲ ਤੋਂ ਆਉਂਦੇ ਸੀ, ਮਾਫੀ ਮੰਗਦੇ ਸੀ, ਲੈ ਜਾਂਦੇ ਸੀ। ਇਸ ਵਾਰ ਵੀ ਅਸੀਂ ਇਹੀ ਸੋਚਿਆ ਕਿ ਚਲੋ ਲੈ ਆਉਂਦੇ ਹਾਂ, ਇਹਨਾਂ ਦਾ ਰਿਸ਼ਤਾ ਆਪਾਂ ਖ਼ਤਮ ਕਰਦੇ ਹਾਂ। ਬਸ ਉਹ ਬੱਚੇ ਨੂੰ ਲੈ ਕੇ ਉਹ ਸੀਗਾ ਕਿ ਮੈਂ ਭੇਜਣਾ ਨਹੀਂ, ਇੰਨੇ 'ਚ ਉਹਨੇ ਆ ਕੇ ਬਾਹਰ ਵੀ ਮੈਂ ਚਾਰਾਂ ਨੂੰ ਖ਼ਤਮ ਕਰਾਂ, ਪਿੱਛੇ ਕੋਈ ਹੋਊਗਾ ਨਹੀਂ ਲੜਨ ਭਿੜਨ ਵਾਲਾ, ਅਸੀਂ ਬੱਚਾ ਆਪਣੇ ਕੋਲ ਰੱਖ ਲਾਂਗੇ। ਪਹਿਲਾਂ ਵੀ ਉਹਨਾਂ ਨੇ ਸਾਨੂੰ 2 ਵਾਰ ਧਮਕੀਆਂ ਦਿੱਤੀਆਂ ਨੇ ਵੀ ਅਸੀਂ ਗੋਲੀਆਂ ਮਾਰ ਦਾਂਗੇ, ਇੱਦਾਂ ਕਰ ਲਾਂਗੇ। ਇਹ ਪਿਛਲੇ ਸਾਲ ਦੀ ਗੱਲ ਹੈ, 6-7 ਮਹੀਨੇ ਪਹਿਲਾਂ। ਕੀ ਐਸਪੀਰੇਸ਼ਨਸ ਕੀ ਸੀਗੀਆਂ? ਕੀ ਬਣਨਾ ਕੀ ਚਾਹੁੰਦੀ ਸੀ? ਕੀ ਕਰ ਰਹੀ ਸੀ? ਉਹਨੇ ਗ੍ਰੈਜੂਏਸ਼ਨ ਕੀਤੀ ਸੀ, ਉਹਦਾ ਇੱਕੋ ਹੀ ਸੁਪਨਾ ਸੀ ਕਿ ਮੈਂ ਬਾਹਰ ਜਾਣਾ, ਮੈਂ ਬਾਹਰ ਜਾਣਾ। ਫੀਸ ਭਰੀ ਹੋਈ ਸੀ, 1 ਸਾਲ ਹੋ ਗਿਆ, ਲੋਕਡਾਊਨ ਕਰਕੇ ਨਹੀਂ ਜਾ ਪਾਈ। ਪਿਛਲੇ 4 ਮਹੀਨੇ ਤੋਂ ਆਨਲਾਈਨ ਕਲਾਸਿਸ ਚੱਲ ਰਹੀਆਂ ਸੀਗੀਆਂ, ਬਹੁਤ ਜ਼ਿਆਦਾ। ਬਸ ਸਾਡਾ
ਮੁੰਡਾ ਹੀ ਸੀ ਉਹ ਇੱਕ ਤਰ੍ਹਾਂ, ਸਾਡੇ ਸਾਰੇ ਕੰਮ ਕਾਰ ਸਾਰਾ ਕੁਝ ਉਹੀ ਕਰਦੀ ਸੀ। ਮੁੰਡੇ ਦੀ ਤਰ੍ਹਾਂ ਉਹਨੂੰ ਅੱਧੀ ਰਾਤ ਵੀ ਕਹਿ ਦੇਣਾ ਕੰਮ ਕਰਿਆ ਉਹ ਜਾਂਦੀ ਸੀ, ਬਹੁਤ ਦਲੇਰ ਸੀ। ਉਸ ਦਿਨ ਵੀ ਉੱਥੇ ਲਿਜਾਣ ਵਾਲੀ ਉਹੀ ਸੀ ਕਿ ਇਹਨੂੰ ਕੁਝ ਕਰ ਦੇਣਗੇ, ਮੰਮੀ ਉਹਦੇ ਸਿਰ 'ਚ ਹੀ ਕੁਝ ਮਾਰਨਾ ਉਹਨਾਂ ਨੇ, ਤੁਹਾਨੂੰ ਤੁਹਾਡੇ ਹੱਥ ਕੁਝ ਨਹੀਂ ਲੱਗਣਾ, ਫਿਰ ਆਪਾਂ ਨੂੰ ਲੈ ਕੇ ਆਣਾ। ਦੋਤੇ ਦੇ ਬਹੁਤ ਜ਼ਿਆਦਾ ਨੇੜੇ ਸੀ ਉਹ, ਉਹਨੂੰ ਬਹੁਤ ਜ਼ਿਆਦਾ ਕਰਦੀ ਸੀ ਕਿ ਉਹਨੂੰ ਛੱਡਣਾ ਨਹੀਂ ਮੰਮੀ, ਉਹ 5 ਸਾਲ ਦਾ ਬੱਚਾ ਮਾਂ ਬਿਨਾਂ ਕਿਵੇਂ ਰਹੂਗਾ। ਕਹਿੰਦੇ ਉਹਨੂੰ ਮੈਂ ਲੈ ਜਾਵਾਂਗੀ ਬਾਹਰ ਜੇ ਤੁਸੀਂ ਨਹੀਂ ਰੱਖ ਸਕਦੇ। ਮਾਸੀਆਂ ਨਾਲ ਵੈਸੇ ਵੀ ਪਿਆਰ ਹੁੰਦਾ ਹੈ ਬੱਚਿਆਂ ਦਾ। ਬਸ ਉਹ ਇਹਦੇ ਨਾਲੋਂ ਜ਼ਿਆਦਾ ਉਹ ਉਹਦੇ ਨੇੜੇ ਸੀਗੀ, ਉਹ ਆਪਣੀ ਮਾਂ ਨੂੰ ਨਹੀਂ ਸੀ ਇੰਨਾ ਜਿੰਨਾ ਉਹ ਮਾਸੀ ਦੇ ਨੇੜੇ ਸੀਗਾ। ਸਾਨੂੰ ਕਹਿੰਦੀ ਸੀ ਮੈਂ ਇਹਨੂੰ ਬਾਹਰ ਲੈ ਜਾਊਂਗੀ ਮੰਮੀ, ਮੈਂ ਇਹਨੂੰ ਅਡਾਪਟ ਕਰ ਲੂੰਗੀ, ਤੁਸੀਂ ਉਹਨੂੰ ਲੈ ਕੇ ਆਓ। ਬਸ ਉਹਨੂੰ ਖੁਦ ਨਹੀਂ ਸੀ ਪਤਾ ਕਿ ਉਹਨੇ ਇੱਦਾਂ ਚਲੇ ਜਾਣਾ। ਬਾਹਰ ਦੀ ਰੱਟ ਲਾਈ ਹੋਈ ਸੀ ਉਹਨੇ, ਮੈਂ ਬਾਹਰ ਜਾਣਾ ਬਹੁਤ ਜ਼ਿਆਦਾ। ਮਿਸ ਕਰਦੇ ਹੋ ਹੁਣ, ਯਾਦ ਆਉਂਦੀ ਹੈ? ਬਸ ਉਹਦੇ ਨਾਲ ਹੀ ਸੀ ਸਭ ਕੁਝ, ਸਾਰਾ ਕੁਝ ਲੈ ਗਈ ਨਾਲ ਹੀ। ਉਹੀ ਸੀ ਸਾਡਾ ਬਸ, ਤਾਂ ਇੱਕ ਜਿੰਦੀ ਲਾਸ਼ ਰਹਿ ਗਏ। ਸਾਡਾ ਦੋਨੋਂ ਬੇਟੀਆਂ ਖਤਮ ਹੋ ਗਈਆਂ ਜੀ, ਇਹ ਵੀ ਗਿਆ ਸਭ ਕੁਝ ਉਹਦਾ, ਉਹ ਤਾਂ ਗਈ ਸਾਡੇ ਹੱਥੋਂ। ਹੁਣ ਜੋ ਬੱਚਾ ਵੀ ਸਾਡੇ ਕੋਲ ਦੋਤਾ ਨਹੀਂ ਹੈਗਾ, ਮਤਲਬ ਜੇ ਹੁਣ ਸਾਡੇ ਕੋਲ ਵਾਪਸ ਆਉਂਦਾ ਤਾਂ ਸਾਨੂੰ ਲੱਗੂਗਾ ਸਾਡੀ ਬੇਟੀ ਵਾਪਸ ਆ ਗਈ ਇੱਕ ਤਰ੍ਹਾਂ ਦੀ। ਉਹ ਪਰਿਵਾਰ ਫਰਾਰਾਂ ਨੂੰ ਲੈ ਕੇ ਸਾਰਾ, ਤੇ ਪੁਲਿਸ ਆਈ ਡੋਂਟ ਨੋ 15 ਦਿਨ ਹੋ ਗਏ ਜੀ। ਮਹਾਰਾਣੀ ਸਾਹਿਬ ਦਾ ਫੋਨ ਆਇਆ ਸੀਗਾ, ਮੈਨੂੰ ਵੀ ਆਇਆ ਸੀਗਾ, ਇਹਨਾਂ ਨੂੰ ਵੀ ਆਇਆ ਸੀਗਾ, ਸਾਡੇ ਲੋਕਲ MC ਵੀ ਇੰਸਟਰੂਮੈਂਟਲ ਲੈ ਕੇ, ਮੇਅਰ ਸਾਹਿਬ ਨੇ ਵੀ, ਤੇ SSP ਸਾਹਿਬ ਦਾ ਵੀ ਫੋਨ ਹੋਇਆ ਸੀਗਾ। ਪਰ ਆਈ ਡੋਂਟ ਨੋ ਗਰਾਊਂਡ ਲੈਵਲ ਤੇ ਜ਼ੀਰੋ ਰਿਜ਼ਲਟ ਹਾਲ ਤੱਕ। 15 ਦਿਨ ਦੇ ਵਿੱਚ ਕੋਈ ਐਡਾ ਵੱਡਾ ਉਹ ਨਹੀਂ ਹੈਗਾ ਕਿ ਕੋਈ ਦਾਊਦ ਹੈ ਕਿ ਬੰਦਾ ਦੁਬਈ ਚਲਾ ਗਿਆ ਜਾਂ ਕਿਤੇ ਹੋਰ ਚਲਾ ਗਿਆ। ਤਾਂ ਆਈ ਥਿੰਕ ਇਹ ਅਪਰੋਚੇਬਲ ਹੈ। ਪੁਲਿਸ ਇੰਨੀ ਸਟਰੋਂਗ ਹੈ, ਟੈਕਨੋਲੋਜੀ ਇੰਨੀ ਸਟਰੋਂਗ ਹੈ। ਅੱਜ ਦੀ ਡੇਟ ਦੇ ਵਿੱਚ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ ਅਸੀਂ, ਵੀ ਟਾਕ ਅਬਾਊਟ ਚੰਦ 'ਤੇ ਜਾਣ ਦੀ ਗੱਲਾਂ ਕਰਦੇ ਹਾਂ ਜੀ, ਹੈ ਖਤਮ ਹੋ ਗਈਆਂ। ਅਤੇ ਬੰਦਾ ਕਿੱਦਾਂ ਨਹੀਂ ਟਰੇਸ ਕਰ ਸਕਦਾ? ਇਟਸ ਸਮਥਿੰਗ ਵੰਡਰਿੰਗ। ਤੋ ਆਈ ਰਿਕੁਐਸਟ ਥਰੂ ਯੂਰ ਚੈਨਲ ਟੂ CM ਅਮਰਿੰਦਰ ਸਿੰਘ ਸਾਹਿਬ ਜੀ, ਸਭ ਨੂੰ ਕਿ ਇਹਨੂੰ ਸਾਨੂੰ ਜਲਦੀ ਤੋਂ ਜਲਦੀ ਸਾਡਾ ਦੋਤਾ ਦਵਾਇਆ ਜਾਵੇ। ਸਾਡੀ ਬੱਚੀ ਦੀ ਮੌਤ ਹੋ ਗਈ, ਜਿਹਨੂੰ ਬੇਰਹਿਮੀ ਨਾਲ ਮਾਰਿਆ ਗਿਆ, ਉਹਨੂੰ ਉਹਦੀ ਜਸਟੀਫਾਈ ਕੀਤਾ, ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਤਾਂ ਕਿ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ। ਉਹਨਾਂ ਦੇ ਕਿਸੇ ਹੋਰ ਦੇ ਨਾਲ ਕੋਈ ਕਾਮਨ ਹੈ ਤੁਹਾਡਾ, ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕੀਤੀ? ਕਈ ਵਾਰੀ ਫਰੈਂਡਸ ਹੁੰਦੇ ਆ, ਕੋਈ ਪਤਾ ਲੱਗਣ ਦੀ ਗੱਲ? ਐਕਚੁਅਲੀ ਦੇ ਫੈਮਿਲੀ ਇਜ਼ ਵੈਰੀ ਹਾਈ ਹੈਡਡ ਬਿਕੋਜ਼ ਆਫ ਮਨੀ ਐਂਡ ਐਰੋਗੈਂਸ, ਜਿਹੜਾ ਉਹ ਦੈਟ ਵਾਜ਼ ਐਟ ਅ ਹਾਈਟ। ਤੋ ਐਸੇ ਦੇ ਵਿੱਚ ਜਿਹੜੇ ਰਿਸ਼ਤੇਦਾਰ ਤੁਸੀਂ ਸਮਝ ਸਕਦੇ ਹੋ ਕਿ ਹਲੀਮੀ ਨਿਮਰਤਾ ਉਹਨਾਂ ਲੋਕਾਂ 'ਚ ਹੁੰਦੀ ਹੈ ਜਿਨ੍ਹਾਂ ਦੇ ਕੋਲ ਸੂਝ ਹੋਵੇ ਥੋੜ੍ਹੀ। ਪੈਸੇ ਨੇ ਉਹ ਸਾਰਾ ਕੁਝ ਉਹਨਾਂ ਦੇ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਸੀ। ਈਵਨ ਜਿਹੜੇ ਨੀਅਰ ਐਂਡ ਡੀਅਰ ਵਨਸ ਉਹਨਾਂ ਦੇ ਰਿਲੇਟਿਵਸ ਵੀ ਹੈ ਜਿਨ੍ਹਾਂ ਨੂੰ ਪੁਲਿਸ ਨੇ ਅਪਰੋਚ ਕੀਤਾ, ਤੇ ਦੇ ਓਪਨਲੀ ਸੇਇੰਗ ਕਿ ਵੀ ਹੈਵ, ਬਿਕੋਜ਼ ਦੇ ਸਾਨੂੰ ਕੁਝ ਸਮਝਦੇ ਨਹੀਂ ਸੀ, ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਨਾਲ, ਤੇ ਇਸ ਕਰਕੇ ਵੀ ਆਰ ਨੋ ਵੇਅਰ ਨੀਅਰ। ਤੇ ਇਸ ਕਰਕੇ ਉਹਨਾਂ ਦਾ ਹੈ ਨਹੀਂ, ਆਂਢੀ ਗੁਆਂਢੀ ਨਾਲ ਵੀ ਉਹਨਾਂ ਦਾ ਹੈ ਨਹੀਂ ਸੀ ਪਿਆਰ। ਤੇ ਕਿਉਂਕਿ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਸੀ, ਬਸ ਆਪਣੇ ਪਰਿਵਾਰ 'ਚ ਵੀ। ਮੇਰੇ ਬੱਚੇ ਨੂੰ ਨਹੀਂ ਕੁਝ ਕਹਿਣਾ। ਜਦੋਂ ਮੈਂ ਉਹਨੂੰ ਕਿਹਾ ਵੀ ਮੇਰਾ ਬੇਟੀ ਨੇ ਇੱਦਾਂ ਤੇਰਾ ਜਵਾਈ ਸਾਡਾ ਕਰ ਰਿਹਾ, ਕਹਿੰਦਾ ਮੇਰੇ ਵੱਡੇ ਨੂੰ ਨਹੀਂ ਕੁਝ ਕਹਿਣਾ, ਗੋਲੀ ਮਾਰ ਦੂੰਗਾ। ਇੱਦਾਂ ਗੱਲ ਕਰਦਾ ਸੀ। ਮੇਰੀ ਬੇਟੀ ਨੂੰ ਨਹੀਂ ਕੁਝ ਕਹਿਣਾ, ਗੋਲੀ ਮਾਰ ਦਾਂਗਾ, ਹਰ ਗੱਲ ਦੇ ਉੱਤੇ ਗੋਲੀ ਮਾਰ ਦੂੰਗਾ, ਇੱਦਾਂ ਹੀ ਗੱਲ ਕਰਦਾ ਸੀ। ਐਂਡ ਸਮਥਿੰਗ ਵੈਰੀ ਸਿਕਨਿੰਗ। ਮੈਂ ਕਹਿੰਦਾ ਭਾਜੀ ਐਡੀ ਕਿਉਂ ਨਹੀਂ ਕਹਿ ਸਕਦਾ, ਮੇਰਾ ਬੱਚਾ, ਮੈਂ ਕਿਉਂ ਨਹੀਂ ਕਹਿ ਸਕਦਾ? ਤੇ ਬਸ ਐਰੋਗੈਂਸ ਜਿਹੜਾ ਨਾ ਫੈਮਿਲੀ ਦਾ, ਦੀ ਸੱਸ ਦਾ, ਬਹੁਤ ਜ਼ਿਆਦਾ ਐਰੋਗੈਂਟ। ਔਰ ਜਿਹੜਾ ਤੁਹਾਡਾ ਸਨ ਇਨ ਲਾਅ ਸੀ, ਉਹ ਓਪਨਲੀ ਐਡਮਿਟ ਕਰਦਾ ਸੀਗਾ ਆਪਣਾ ਰਿਲੇਸ਼ਨਸ਼ਿਪ? ਜਦੋਂ ਅਸੀਂ ਆਡੀਓ, ਸਾਡੇ ਕੋਲ ਰਿਕਾਰਡਸ ਆ ਗਏ, ਆਡੀਓਜ਼ ਕੁਛ ਤੁਹਾਨੂੰ ਮਿਲ ਗਈਆਂ, ਉਹਦੀਆਂ ਬੁਕਿੰਗਸ ਮਿਲ ਗਈਆਂ ਹੋਟਲਸ ਦੀਆਂ, ਦੈਨ ਹੀ ਹੈਡ ਨੋ ਅਦਰ ਵੇ ਅਦਰ ਦੈਨ ਐਕਸੈਪਟਿੰਗ ਇਟ ਕਿ ਹਾਂ ਮੇਰਾ ਸੀਗਾ, ਗਲਤੀ ਹੋ ਗਈ ਮੇਰੇ ਤੋਂ। ਤੇ ਮੈਂ ਮਾਫੀਆਂ ਮੰਗ ਕੇ ਜਾਂਦਾ ਰਿਹਾ, ਸਾਡੇ ਪੈਰਾਂ 'ਚ ਗਿਰ ਕੇ ਇੱਥੇ ਫੈਮਿਲੀ ਵਾਪਸ ਮਾਫੀਆਂ ਮੰਗ ਕੇ ਲੈ ਜਾਂਦੀ ਰਹੀ ਹੈ। ਅਸੀਂ ਕਿਹਾ ਚਲੋ ਕੋਈ ਨਹੀਂ ਯਾਰ, ਬੱਚੀ ਇਹਨੂੰ ਵੀ ਸਮਝਾ ਕੇ ਭੇਜਿਆ, ਬੇਟਾ ਕੋਈ ਗੱਲ ਨਹੀਂ, ਕਿਉਂਕਿ ਜੋ ਸਾਡੇ ਮਾਂ-ਬਾਪ ਦਾ ਜੋ ਸਾਨੂੰ ਸੰਸਕਾਰ ਮਿਲੇ ਨੇ ਪਿੱਛੋਂ, ਜੋ ਜਿੰਨੀ ਸਾਡੀ ਸੂਝ ਬਣਦੀ ਹੈ, ਅਸੀਂ ਇਹਨੂੰ ਸਮਝਾ ਬੁਝਾ ਕੇ ਤੋਰਨਾ। ਕਦੇ ਨਹੀਂ ਫੈਮਿਲੀ ਦੇ ਖਿਲਾਫ ਅਸੀਂ ਕਿਹਾ ਵੀ ਤੂੰ ਇੱਦਾਂ ਕਰ ਜਾਂ ਉੱਦਾਂ ਕਰ। ਆਲਵੇਜ਼ ਕਿ ਬੇਟਾ ਸਟੇ ਹੈਪੀ, ਟਰਾਈ ਟੂ ਕੋਆਪਰੇਟ, ਐਂਡ ਸ਼ੀ ਆਲਵੇਜ਼ ਕੋਆਪਰੇਟਡ। ਤੇ ਉਹਨਾਂ ਵੱਲੋਂ ਕੋਆਪਰੇਸ਼ਨ ਜ਼ੀਰੋ ਸੀਗੀ। ਉਹਨਾਂ ਨੂੰ ਸੀਗਾ ਸਾਡਾ ਹੱਕ ਬਣਦਾ ਸੀ ਜੋ ਮਰਜ਼ੀ, ਕਿਉਂਕਿ ਸਿੰਸ ਅਸੀਂ ਵੀ ਵਰ ਸਾਇਲੈਂਟ, ਸਾਇਲੈਂਟ ਇਨ ਸੈਂਸ ਕਿ ਵੀ ਇੱਕ ਰਿਸਪੈਕਟ ਦਾ ਐਂਗਲ ਹੁੰਦਾ ਵੀ ਇੱਕ ਤਾਂ ਮੁੰਡੇ ਵਾਲੇ ਨੇ, ਚਲੋ ਉਹ ਤਾਂ ਚਲੋ ਅੱਜ ਕੱਲ੍ਹ ਜ਼ਮਾਨਾ ਖਤਮ ਹੋ ਗਿਆ ਸੋਚਦਾ, ਬਿਲਕੁਲ, ਲੇਕਿਨ ਇੱਕ ਹੁੰਦਾ ਰਿਸਪੈਕਟ, ਵੱਡੇ ਨੇ, ਆਦਰ ਸਤਿਕਾਰ ਜਿਵੇਂ ਆਪਾਂ ਕਾਮਨਲੀ ਆਪਾਂ ਕਰਦੇ ਹਾਂ ਆਪਾਂ ਐਜ਼ ਅ ਹਿਊਮਨ ਬੀਇੰਗਸ। ਤਾਂ ਉਹ ਸਤਿਕਾਰ ਹੀ ਸਾਰਾ ਜ਼ਰੂਰਤ ਤੋਂ ਵੱਧ ਦਿੰਦੇ ਸੀ ਉਹਨਾਂ ਨੂੰ, ਬਹੁਤ ਜ਼ਿਆਦਾ ਕਰਦੇ ਸੀ। ਸਾਰੀ ਫੈਮਿਲੀ ਕਰਦੀ ਸੀ ਉਹਨਾਂ ਨੂੰ। ਲੇਕਿਨ ਵੀ ਡਿਡਨਟ ਨੋ ਕਿ ਦਿਸ ਇਜ਼ ਵਾਟ ਗੋਇੰਗ ਟੂ ਹੈਪਨ ਟੂ ਅਸ ਐਂਡ ਆਲ, ਐਂਡ ਦਿਸ ਇਜ਼ ਸਮਥਿੰਗ ਵੈਰੀ ਅਨਫੋਰਚੂਨੇਟ ਐਂਡ ਵੈਰੀ ਸੈਡ। ਬਹੁਤ ਜ਼ਿਆਦਾ ਮਾੜਾ ਹੋਇਆ। ਜਿਹਦਾ ਐਕਸਪੈਕਟੇਸ਼ਨ ਸੀ, ਇੰਨੀ ਗੱਲ ਨਹੀਂ ਸੀ ਕਿ ਜਿੱਥੇ ਗੋਲੀਆਂ ਚੱਲ ਜਾਣ। ਕੁਡ ਹੈਵ ਬੀਨ ਸੌਰਟਡ ਆਊਟ, ਬੈਠ ਕੇ ਬੱਚੇ ਦੀ ਗੱਲ ਸੀ ਤੇ ਗੋਲੀਆਂ ਚਲਾ ਕੇ ਹੁਣ ਉਹਨਾਂ ਨੂੰ ਕਿਹੜਾ ਮਿਲ ਗਿਆ? ਉਹ 302 307 ਲੱਗੀ ਹੋਈ ਹੈ, ਜੇਲ੍ਹ 'ਚ ਹੈਗਾ। ਤੇ ਸਾਰੀ ਫੈਮਿਲੀ ਉਹਨਾਂ ਦੀ ਵੀ ਖਤਮ ਹੋ ਗਈ ਸਾਰੀ। ਲੇਕਿਨ ਜਿਹੜੀ ਭੱਜੇ ਹੋਏ ਨੇ, ਫਰਾਰ ਹੋਏ ਨੇ, ਪ੍ਰੋਬੈਬਲੀ ਆਈ ਡੋਂਟ ਨੋ ਕਿੱਥੇ ਨੇ ਕਿੱਥੇ ਨਹੀਂ। ਤੇ ਜਦ ਤੱਕ ਜੇ ਉਹਨੂੰ ਇੱਦਾਂ ਹੀ ਢਿੱਲ ਮਿਲਦੀ ਰਹੀ, ਹੋ ਸਕਦਾ ਅਕਰੋਸ ਦਾ ਕੰਟਰੀ ਵੀ ਚਲੇ ਜਾਣ ਕਿਤੇ।
ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਸਾਰਾ ਕੁਝ ਹੋਇਆ ਔਰ ਪਰਿਵਾਰ ਦਾ ਸਭ ਕੁਝ ਹੀ ਉੱਜੜ ਗਿਆ। ਇੱਕ ਧੀ ਚਲੀ ਗਈ, ਦੂਜੀ ਧੀ ਘਰ ਬੈਠੀ ਹੈ, ਬੇਟਾ ਪਤਾ ਨਹੀਂ ਕਿੱਥੇ ਹੈ, ਔਰ ਜਿਸ ਤਰ੍ਹਾਂ ਗੋਲੀਆਂ ਇਸ ਤਰ੍ਹਾਂ ਚਲਾ ਦਿੱਤੀਆਂ ਗਈਆਂ। ਪੈਸਾ ਔਰ ਸਿਰਫ ਆਪਣੀ ਫੋਕੀ ਟੌਰ ਜਿਹੜੀ ਇੱਕ ਈਗੋ ਲੈ ਕੇ ਅਸੀਂ ਚੱਲਦੇ ਹਾਂ, ਉਸ ਈਗੋ ਨੇ ਦੋ ਪਰਿਵਾਰ, ਆਪਣਾ ਵੀ ਤਾਂ ਪਰਿਵਾਰ ਖਤਮ ਕੀਤਾ, ਜਿਵੇਂ ਪ੍ਰਿੰਸੀਪਲ ਸਾਹਿਬ ਕਹਿ ਰਹੇ ਕਿ ਉਹਨਾਂ ਦਾ ਵੀ ਤਾਂ ਪਰਿਵਾਰ ਖਤਮ ਹੁੰਦਾ। ਸਰ, ਧੀਆਂ ਦਾ ਤਾਂ ਪਿਤਾ ਨਾਲ ਕਹਿੰਦੇ ਰਿਲੇਸ਼ਨ ਬੜਾ ਇੱਕ ਡਿਫਰੈਂਟ, ਮਾਂ ਨਾਲ ਘੱਟ, ਧੀਆਂ ਪਿਓ ਨਾਲ ਜ਼ਿਆਦਾ ਕਰਦੀਆਂ, ਤਾਂ ਤੁਸੀਂ ਤੁਹਾਡੇ ਵਾਸਤੇ ਤਾਂ ਹੋਰ ਡਿਫਿਕਲਟ ਹੋਣਾ। ਇਟਸ ਵੈਰੀ ਟਫ, ਆਈ ਕਾਂਟ ਟੈਲ ਯੂ, ਆਈ ਕਾਂਟ ਸਪੀਕ ਔਨ ਦਿਸ। ਮੈਂ ਬੋਲ ਨਹੀਂ ਸਕਦਾ, ਲਫ਼ਜ਼ ਨਹੀਂ ਹੈਗੇ। ਮੈਂ ਕਦੇ ਇਹਨਾਂ ਬੱਚਿਆਂ ਦੇ ਕੋਈ ਇੰਨੀ ਜਿਹੀ ਗੱਲ ਥੱਲੇ ਨਹੀਂ ਕਰਨ ਦਿੱਤੀ ਅੱਜ ਤੱਕ ਕਦੇ, ਅਤੇ ਨਾ ਕਦੇ ਕਾਲਜ ਗਿਆ ਨਾ ਕਦੇ ਮੈਂ ਕਿਸੇ ਵੀ ਕੰਮ 'ਚ ਗਿਆ ਇੰਟਰਫੇਅਰ ਕੀਤਾ। ਵਟ ਐਵਰ ਦੇ ਵਰ ਡੂਇੰਗ ਔਨ ਦੇਅਰ ਓਨ, ਕਿਉਂਕਿ ਇੱਕ ਇੰਡੀਪੈਂਡੈਂਸ ਦਿੱਤੀ ਹੋਈ ਸੀ ਮੈਂ। ਐਂਡ ਇੰਡੀਪੈਂਡੈਂਸ ਮੀਨਸ ਕਿ ਵੇ ਯੂ ਡੂ ਥਿੰਗਸ ਔਨ ਯੂਰ ਓਨ ਵਿਦਾਊਟ ਹਰਟਿੰਗ ਐਨੀਬਾਡੀ ਸੈਂਟੀਮੈਂਟਸ, ਇੰਡੀਪੈਂਡੈਂਸ। ਜਦੋਂ ਤੁਹਾਨੂੰ ਕੋਈ ਦੇਖ ਨਾ ਰਿਹਾ ਹੋਵੇ, ਤੁਸੀਂ ਉਹ ਕੰਮ ਕਰਦੇ ਹੋ, ਕਿਉਂਕਿ ਜਦੋਂ ਤੁਹਾਨੂੰ ਕੋਈ ਦੇਖਦਾ ਨਹੀਂ ਹੈ, ਵਾਚ ਨਹੀਂ ਕਰਦਾ, ਤੁਸੀਂ ਸਾਰੀ ਦੁਨੀਆ ਦੇ ਗਲਤ ਕੰਮ ਉਸੇ ਟਾਈਮ 'ਚ ਕਰਦੇ ਹੋ। ਇਹ ਬੱਚਿਆਂ ਨੇ ਸਮਝਾਇਆ ਸੀ ਕਿ ਇੰਡੀਪੈਂਡੈਂਸ ਦਾ ਮਤਲਬ ਸਮਝੋ ਕਿ ਜਦੋਂ ਤੁਹਾਨੂੰ ਕੋਈ ਨਹੀਂ ਦਿਖ ਰਿਹਾ, ਤੁਸੀਂ ਕੀ ਕਰ ਰਹੇ ਹੋ, ਦੈਟ ਇਜ਼ ਇੰਪੋਰਟੈਂਟ। ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਚੰਗਾ ਕਰ ਰਹੇ ਹੋ ਜਾਂ ਕੀ ਮਾੜਾ ਕਰ ਰਹੇ ਹੋ। ਤਾਂ ਦੇ ਹੈਡ ਦ ਸੈਂਸ ਆਫ ਕਿ ਵਟ ਇਜ਼ ਡੂਇੰਗ ਰੋਂਗ ਐਂਡ ਰਾਈਟ, ਤਾਂ ਦੇ ਕੈਨ ਡਿਫਰੈਂਸ਼ੀਏਟ ਬਿਟਵੀਨ ਦ ਰੋਂਗ ਐਂਡ ਰਾਈਟ। ਸੋ ਦੇ ਨਿਊ ਕਿ ਦੇ ਆਰ ਮੂਵਿੰਗ ਔਨ ਏ ਰਾਈਟ ਟਰੈਕ। ਸੋ ਇਹਨਾਂ ਨੂੰ ਬੱਚਿਆਂ ਨੂੰ ਮਤਲਬ ਹਾਈਲੀ ਜਿਹੜੀ ਮੋਰਲਸ ਜਿਹਨੂੰ ਕਹਿੰਦੇ ਨੇ ਵੈਲਿਊਜ਼ ਹੁੰਦੀਆਂ ਨੇ, ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਹੀ। ਐਂਡ ਦੇ ਵਰ ਵੈਰੀ ਆਈਡੀਓਲੋਜਿਕਸ ਕਿ ਬੜੀ ਪੈਸ਼ਨੇਟ ਸੀਗੀ ਆਪਣੇ ਦੋਨੋਂ ਹੀ, ਆਪਣੇ ਕੰਮ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ, ਔਰ ਇੰਨੀ ਪੈਸ਼ਨੇਟਲੀ ਕੰਮ ਕਰਦੀਆਂ ਸੀਗੀਆਂ। ਬੜੀ ਉਹਦੀ ਐਕਸਪ੍ਰੈਸ਼ਨ ਇੰਨੀ ਹਾਈ ਸੀਗੀਆਂ ਛੋਟੀ ਬੇਟੀ ਦੀ ਮੇਰ 'ਚ ਹੁੰਦੀਆਂ ਕਿ ਪਾਪਾ ਮੈਂ ਆਈ ਹੈਵ ਟੂ ਐਸਟੈਬਲਿਸ਼ ਅ ਰੈਸਟੋਰੈਂਟ ਐਂਡ ਸਟੋਰ ਖੋਲ੍ਹਣਾ ਐਂਡ ਆਲ ਲੋਟ ਆਫ ਥਿੰਗ। ਉਹਦੇ ਸਾਰੀਆਂ ਫਰੈਂਡਸ ਬਾਹਰ ਸੀਗੀਆਂ ਅਤੇ ਮੈਂ ਵੀ ਜਾਣਾ ਨਾਲ। ਮੈਂ ਉਹਨੂੰ ਕਹਿੰਦਾ ਸੀਗਾ ਬੇਟਾ ਤੂੰ ਇੱਥੇ ਰਹਿ, ਇਹ ਮੇਰਾ ਤੂੰ ਮੁੰਡਾ ਹੀ ਆ, ਤੂੰ ਵੀ ਵਿਲ ਹੈਵਿੰਗ ਅ ਸਕੂਲ ਹੇਅਰ, ਤਾਂ ਯੂ ਜਸਟ ਸਟੇ ਹੇਅਰ ਐਜ਼ ਅ ਪ੍ਰਿੰਸੀਪਲ। ਕਹਿੰਦੇ ਨਹੀਂ ਪਾਪਾ ਲੈਟ ਮੀ ਡੂ ਮਾਈ ਓਨ। ਔਰ ਮੈਂ ਵੀ ਐਜ਼ ਅ ਫਾਦਰ ਇਹ ਸੋਚਦਾ ਸੀ ਕਿ ਜੇ ਉਹਦੀ ਸੋਚ ਹਰ ਬੰਦੇ ਦੀ ਆਪਣੀ ਸੋਚ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ, ਕਿਉਂਕਿ ਜੇ ਮੈਂ ਆਪਣੀ ਸੋਚ ਕਿਸੇ 'ਤੇ ਵੀ ਥੋਪਾਂਗਾ ਬੱਚਿਆਂ 'ਤੇ, ਤਾਂ ਸਾਰੇ ਮੇਰੇ ਵਰਗੇ ਹੋ ਜਾਣਗੇ। ਔਰ ਇੰਡੀਪੈਂਡੈਂਟ ਸੋਚ ਹੀ ਤੁਹਾਨੂੰ ਇੱਕ ਵੱਖਰਾ ਰਸਤਾ ਹਰ ਬੰਦੇ ਲਈ ਬਣਾਉਂਦੀ। ਔਰ ਮੈਂ ਐਪਰੀਸ਼ੀਏਟ ਕਰਦਾ ਸੀ ਕਿਉਂਕਿ ਲੌਜੀਕਲੀ ਮੇਰੇ ਨਾਲ ਕਈ ਵਾਰ ਬਹਿਸ ਵੀ ਕਰਦੀ ਸੀ, ਲੌਜੀਕਲੀ, ਨਾਟ ਐਜ਼ ਏ ਬੇਟੀ ਐਂਡ ਡਾਟਰ, ਲੇਕਿਨ ਐਜ਼ ਏ ਇੰਟਲੈਕਚੁਅਲ। ਅਤੇ ਆਈ ਐਪਰੀਸ਼ੀਏਟ ਕਿ ਉਹਦੀ ਸੋਚ ਇੰਨੀ ਅੱਛੀ ਸੀ ਬੱਚੇ ਦੀ ਕਿ, ਔਰ ਆਈ ਐਮ ਵੈਰੀ ਲੱਕੀ ਕਿ ਇੱਦਾਂ ਦੀ ਸੋਚ ਨਾਲ ਉਹ ਗਰੋ ਅਪ ਹੋ ਰਹੀ ਸੀ। ਲੇਕਿਨ ਅਨਫੋਰਚੂਨੇਟਲੀ ਇਹ ਚੀਜ਼ਾਂ ਹੋ ਗਈਆਂ, ਔਰ ਇੱਕ ਸਮਾਜ ਨੇ ਇੱਕ ਬੜੀ ਅੱਛੀ ਸੋਚ ਵਾਲੀ ਨਾ ਇੱਕ ਬੇਟੀ ਖੋ ਦਿੱਤੀ, ਜਿਹੜੀ ਕੁਡ ਹੈਵ ਬੀਨ ਵੈਰੀ ਇੰਸਟਰੂਮੈਂਟਲ ਮੇਕਿੰਗ ਏ ਗੁੱਡ ਸੋਸਾਇਟੀ ਐਜ਼ ਏ ਹਿਊਮਨ ਬੀਇੰਗ। ਤਾਂ ਬਹੁਤ ਲਾਜ਼ਮੀ ਹੈ ਕਿ ਇਸ ਨੂੰ ਸੀਰੀਅਸਲੀ ਲਿਆ ਜਾਵੇ ਔਰ ਇਹ ਆਵਾਜ਼ ਅਸੀਂ ਚੁੱਕਦੇ ਰਹਾਂਗੇ। ਪਰਿਵਾਰ ਨੂੰ ਇਨਸਾਫ ਚਾਹੀਦਾ ਹੈ ਔਰ ਇਹ ਕਹਿ ਰਹੇ ਨੇ ਕਿ ਸਾਨੂੰ ਆਪਣਾ ਦੋਹਤਾ ਵੀ ਚਾਹੀਦਾ ਹੈ, ਬੱਚਾ ਆਪਣੀ ਮਾਂ ਕੋਲੇ ਵਾਪਸ ਆਵੇ। ਔਰ ਜਿਸ ਪਰਿਵਾਰ ਨੇ ਜਿਸ ਦਾਦੇ ਨੇ ਇਸ ਤਰੀਕੇ ਨਾਲ ਗੋਲੀਆਂ ਮਾਰਤੀਆਂ, ਹੁਣ ਉਹ ਡਿਜ਼ਰਵ ਵੀ ਨਹੀਂ ਕਰਦੇ ਬੱਚੇ ਨੂੰ। ਕਿਸ ਮਾਨਸਿਕਤਾ ਦੇ ਨਾਲ ਉਹ ਪਾਲਣਗੇ, ਕਿਸ ਮਾਨਸਿਕਤਾ ਦੇ ਨਾਲ ਸਮਾਜ 'ਚ ਉਹਨੂੰ ਵੱਡਾ ਕਰਨਗੇ। ਜਿਸ ਨੇ ਸ਼ਰੇਆਮ ਆਪਣੇ ਹੀ ਪਰਿਵਾਰ ਦੇ ਉੱਤੇ ਗੋਲੀਆਂ ਚਲਾਈਆਂ ਹੋਣ, ਉਹਦੀ ਛਤਰ ਛਾਇਆ ਹੇਠ ਤਾਂ ਇੱਕ ਪਲ ਵੀ ਬੱਚਾ ਨਹੀਂ ਰਹਿਣਾ ਚਾਹੀਦਾ, ਉਹ ਵੀ ਮਾਈਨਰ। ਕੀ ਜਵਾਬ ਦੇਣਗੇ, ਕੀ ਕਹਿਣਗੇ ਕਿ ਮੈਂ ਬੇਟਾ ਤੇਰੀ ਮਾਸੀ ਨੂੰ ਗੋਲੀ ਮਾਰਤੀ ਸੀ, ਤੇਰੇ ਮੈਂ ਨਾਨਾ ਜੀ ਨੂੰ ਗੋਲੀ ਮਾਰਤੀ ਸੀ, ਤੇਰੀ ਮਦਰ ਨਾਲ ਮੈਂ ਕਿਸ ਤਰ੍ਹਾਂ ਦਾ ਸਲੂਕ ਕੀਤਾ ਸੀ। ਹਿਊਮਨ ਗਰਾਊਂਡਸ ਦੇ ਉੱਤੇ ਬੱਚਾ ਤੁਰੰਤ ਇਸ ਪਰਿਵਾਰ ਨੂੰ ਮਿਲਣਾ ਚਾਹੀਦਾ ਔਰ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ ਏਅਰ, ਪਟਿਆਲਾ।